ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪ੍ਰਾਨੀ ਰਾਮ ਨ ਚੇਤਈ, ਪ੍ਰਾਣੀ ਰਾਮ ਨ ਚੇਤਈ, ਮਦ ਮਾਇਆ ਕੈ ਅੰਧ, ਮਦ ਮਾਇਆ ਕੈ ਅੰਧ। ਕਹੋ ਨਾਨਕ ਹਰਿ ਭਜਨ ਬਿਨ, ਕਹੋ ਨਾਨਕ ਹਰਿ ਭਜਨ ਬਿਨ, ਪਰਤ ਤਾਹੇ ਜਮ ਫੰਦ। ਵਰਤ ਤਾਹੇ ਜਮ ਫੰਦ। ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਮਹਾਰਾਜ ਸਮਝਾਉਣਾ ਕਰਦੇ ਨੇ, ਪ੍ਰਾਣੀ ਰਾਮ ਨਾ ਚੇਤੇ। ਇਸ ਜੀਵ ਨੂੰ, ਇਸ ਮਨੁੱਖ ਨੂੰ ਪਰਮਾਤਮਾ ਦਾ ਨਾਮ ਚੇਤੇ ਨਹੀਂ ਕਰਦਾ ਤੇ ਮਾਇਆ ਦੇ ਨਸ਼ੇ ਦੇ ਵਿੱਚ ਅੰਨਾ ਹੋ ਚੁੱਕਾ ਹੈ। ਤੇ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ, ਕਹੋ ਨਾਨਕ ਹਰਿ ਭਜਨ ਬਿਨ, ਪਰਤ ਤਾਹੇ ਜਾਮ ਫੰਦ। ਸੱਚੇ ਪਾਤਸ਼ਾਹ ਜੀ ਸਮਝਾਉਣਾ ਕਰਦੇ ਕਿ ਹੇ ਨਾਨਕ, ਹਰੀ ਪ੍ਰਮਾਤਮਾ ਦੇ ਭਜਨ ਤੋਂ ਬਿਨਾ ਜਮਾਂ ਦੀ ਫਾਹੀ ਗਲੇ ਵਿੱਚ ਪੈਂਦੀ, ਜਮਾਂ ਦੀ ਫਾਹੀ। ਤੇ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ, ਸੁਖ ਮੈਂ ਬਹੁ ਸੰਗੀ ਪਏ, ਸੁਖ ਮੈਂ ਬਹੁ ਸੰਗੀ ਪਏ, ਦੁਖ ਮੈਂ ਸੰਗ ਨ ਕੋਏ, ਦੁਖ ਮੈਂ ਸੰਗ ਨ ਕੋਏ। ਕਹੋ ਨਾਨਕ ਹਰਿ ਭਜ ਮਨਾ, ਕਹੋ ਨਾਨਕ ਹਰਿ ਭਜ ਮਨਾ, ਅੰਤ ਸਹਾਈ ਹੋਏ, ਅੰਤ ਸਹਾਈ ਹੋਏ। ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਜਦੋਂ ਮਨੁੱਖ ਦੇ ਕੋਲ ਸੁੱਖ ਹੁੰਦੇ ਨੇ, ਕਹਿੰਦੇ ਬਹੁਤ ਲੋਕ ਸੰਗੀ ਬਣ ਜਾਂਦੇ, ਤੇ ਜਦੋਂ ਦੁੱਖ ਦਾ ਸਮਾਂ ਆਉਂਦਾ ਹੈ, ਸੱਚੇ ਪਾਤਸ਼ਾਹ ਜੀ ਕਹਿੰਦੇ ਫਿਰ ਕੋਈ ਸਹਾਇਤਾ ਨਹੀਂ ਕਰਦਾ। ਫਿਰ ਸਾਰੇ ਸੱਚੇ ਪਾਤਸ਼ਾਹ ਕਹਿੰਦੇ ਦੁੱਖ ਬੜੇ ਤਿਆਗ ਦਿੰਦੇ। ਕਹੋ ਨਾਨਕ ਹਰਿ ਭਜ ਮਨਾ, ਸੱਚੇ ਪਾਤਸ਼ਾਹ ਕਹਿੰਦੇ ਅੰਤ ਸਹਾਈ ਕਰੋ। ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ, ਹੈ ਨਾਨਕ ਹਰੀ ਪਰਮਾਤਮਾ ਦਾ ਹੈ ਮੇਰੇ ਮਨਾ ਭਜਨ ਕਰਿਆ ਕਰ। ਗੁਰੂ ਤੇਗ ਬਹਾਦਰ ਜੀ ਸਮਝਾਉਣਾ ਕਰਦੇ ਨੇ, ਕਹਿੰਦੇ ਹੈ ਮੇਰੇ ਮਨਾ, ਤੂੰ ਹਰੀ ਪਰਮਾਤਮਾ ਦਾ ਭਜਨ ਕਰਿਆ ਕਰ, ਤੇਰੀ ਅੰਤ ਵੇਲੇ ਸਹਾਇਤਾ ਕਰੇਗਾ। ਕਹਿੰਦੇ ਜਿਹੜੇ ਸੁੱਖ ਵੇਲੇ ਤੇਰੇ ਕੋਲ ਆਣ ਕੇ ਬੈਠਦੇ ਨੇ, ਉਹਨਾਂ ਨੇ ਜਦੋਂ ਤੈਨੂੰ ਦੁੱਖ ਦੀ ਘੜੀ ਆਈ ਤੇ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਨੇ ਤੇਰੀ ਸਹਾਇਤਾ ਨਹੀਂ ਕਰਨੀ। ਤੂੰ ਹਰੀ ਪਰਮਾਤਮਾ ਦਾ ਭਜਨ ਕਰਿਆ ਕਰ, ਤੇਰੀ ਅੰਤ ਵੇਲੇ ਹਰੀ ਪਰਮਾਤਮਾ ਦਾ ਭਜਨ ਹੀ ਸਹਾਇਤਾ ਕਰੇਗਾ। ਕਹਿੰਦੇ ਜਮਾਂ ਦੀ ਫਾਹੀ ਤੋਂ ਕਿਸੇ ਨੇ ਬਚਾਉਣਾ ਨਹੀਂ ਤੇਰੀ ਨੂੰ, ਜੇ ਜਮਾਂ ਦੀ ਫਾਹੀ ਗਲ 'ਚ ਪੈਣੀ ਹੈ ਤੇ ਜਮਾਂ ਦੀ ਫਾਹੀ ਸੱਚੇ ਪਾਤਸ਼ਾਹ ਕਹਿੰਦੇ ਹਰੀ ਪਰਮਾਤਮਾ ਦੇ ਭਜਨ ਤੋਂ ਬਿਨਾ ਗਲ ਦੇ ਵਿੱਚ ਜਮਾਂ ਦੀ ਫਾਹੀ ਪੈਂਦੀ ਹੈ। ਤੇ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਕਿ ਤੂੰ ਭਜਨ ਕਰਿਆ ਕਰ, ਤੈਨੂੰ ਤੇਰੀ ਅੰਤ ਵੇਲੇ ਸਹਾਇਤਾ ਕਰੇਗਾ ਹਰੀ ਪਰਮਾਤਮਾ ਦਾ ਨਾਮ। ਜਨਮ ਜਨਮ ਭਰ ਮਤ ਫਿਰਿਓ, ਜਨਮ ਜਨਮ ਭਰ ਮਤ ਫਿਰਿਓ, ਟਿਓ ਨਾ ਜਮ ਕੋ ਤਰਾਸ, ਮਿਟਿਓ ਨ ਜਮ ਕੋ ਤਰਾਸ। ਕਹੋ ਨਾਨਕ ਹਰਿ ਭਜ ਮਨਾ, ਕਹੋ ਨਾਨਕ ਹਰਿ ਭਜ ਮਨਾ, ਨਿਰਭੈ ਪਾਵਹਿ ਬਾਸ, ਨਿਰਭੈ ਪਾਵੈ ਬਾਸ। ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਸਾਡੇ ਮਨ ਨੂੰ ਸਮਝਾਉਂਦੇ ਨੇ ਕਿ ਹੇ ਮਨਾ, ਤੂੰ ਕਈ ਜੂਨਾਂ ਦੇ ਵਿੱਚ ਭੌਂਦਾ ਭੌਂਦਾ, ਸੱਚੇ ਪਾਤਸ਼ਾਹ ਜੀ ਕਹਿੰਦੇ ਤੁਰਿਆ ਹੀ ਆਉਣਾ, ਭੌਂਦਾ ਹੀ ਆਉਣਾ ਜੂਨਾਂ ਦੇ ਵਿੱਚ। ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਤੇਰਾ ਜਮਾਂ ਦਾ ਡਰ ਤੇ ਤੇਰਾ ਮਿਟਿਆ ਹੀ ਨਹੀਂ। ਜਨਮ ਦਰ ਜਨਮ ਤੋਂ ਤੁਰਿਆ ਆ ਰਿਹਾ, ਪਰ ਜਮਾਂ ਦਾ ਡਰ ਨਹੀਂ ਸੱਚੇ ਪਾਤਸ਼ਾਹ ਕਹਿੰਦੇ ਤੇਰਾ ਦੂਰ ਹੋਇਆ। ਕਿਉਂ ਨਹੀਂ ਹੋਇਆ?
ਸੱਚੇ ਪਾਤਸ਼ਾਹ ਕਹਿੰਦੇ ਤੂੰ ਕੀ ਕਰਿਆ ਕਰ, ਜਮਾਂ ਦਾ ਡਰ ਦੂਰ ਕਰਨ ਵਾਸਤੇ ਤੂੰ ਹੁਣ ਇਸ ਮਨੁੱਖ ਜਾਮੇ ਦੇ ਵਿੱਚ ਸੱਚੇ ਪਾਤਸ਼ਾਹ ਜੀ ਦਾ ਭਜਨ ਕਰਿਆ। ਕਹੋ ਨਾਨਕ ਹਰ ਭਜ ਮਨਾ, ਇਹ ਮੇਰੇ ਮਨਾ ਤੂੰ ਭਜਨ ਕਰਿਆ ਕਰ। ਨਿਰਭੈ ਪਾਵੇ ਹੈ ਬਾਸ, ਤੇ ਪਾਤਸ਼ਾਹ ਕਹਿੰਦੇ ਤੈਨੂੰ ਨਿਰਭੈ ਪਦਵੀ ਬਖਸ਼ਿਸ਼ ਹੋ ਜੇ। ਨਿਰਭਉ ਜਪੈ ਸਗਲ ਭਉ, ਕਹਿੰਦੇ ਜਿਹੜਾ ਨਿਰਭਉ ਦਾ ਜਾਪ ਕਰਦੇ ਹਨ ਉਹਨਾਂ ਦੇ ਸਾਰੇ ਡਰ ਦੂਰ ਹੋ ਜਾਂਦੇ, ਕੋਈ ਡਰ ਰਹਿ ਹੀ ਨਹੀਂ ਜਾਂਦਾ। ਇਹਦੇ ਜਮਾਂ ਦੀ ਤਰਾਸ, ਜਮਾਂ ਦਾ ਡਰ ਦੂਰ ਹੀ ਨਹੀਂ ਹੋਇਆ, ਪਿਛਲੇ ਜਨਮਾਂ 'ਚ ਲਗਾਤਾਰ ਤੁਰੇ ਆਉਂਦੇ ਆ। ਤੇ ਸੱਚੇ ਪਾਤਸ਼ਾਹ ਕਹਿੰਦੇ ਹੁਣ ਤੇ ਭਜਨ ਕਰ ਲਾ, ਨਹੀਂ ਤੇ ਇਸ ਜਨਮ ਦੇ ਵਿੱਚ ਵੀ ਫੇਰ ਤੈਨੂੰ ਜਮਾਂ ਨੇ ਦੁੱਖ ਦੇਣੇ। ਫੇਰ ਤੈਨੂੰ 84 ਲੱਖ ਗੇੜੇ ਦੇ ਵਿੱਚ ਫੇਰ ਬਾਰ-ਬਾਰ ਤੈਨੂੰ ਜਮਾਂ ਦਾ ਹੀ ਡਰ ਰਹਿਣਾ। ਤੇ ਸੱਚੇ ਪਾਤਸ਼ਾਹ ਕਹਿੰਦੇ ਜਮਾਂ ਦਾ ਡਰ ਦੂਰ ਕਰਨ ਵਾਸਤੇ ਤੂੰ ਪਰਮਾਤਮਾ ਦਾ ਭਜਨ ਕਰਿਆ ਕਰ। ਤੇ ਸੱਚੇ ਪਾਤਸ਼ਾਹ ਕਹਿੰਦੇ ਤੂੰ ਨਿਰਭੈ ਪਦਵੀ ਨੂੰ ਪਾਲੀ। ਕਿੰਨਾ ਮਹਾਤਮ ਹੈ ਭਜਨ ਕਰਨ ਦਾ। ਜਤਨ ਬਹੁਤ ਮੈਂ ਕਰ ਰਹਿਓ, ਜਤਨ ਬਹੁਤ ਮੈਂ ਕਰ ਰਹਿਓ, ਮਿਟਿਓ ਨਾ ਮਨ ਕੋ ਮਾਨ, ਮਿਟਿਓ ਨ ਮਨ ਕੋ ਮਾਨ, ਦੁਰਮਤ ਸਿਓ ਨਾਨਕ ਫਦਿਓ, ਦੁਰਮਤ ਸਿਓ ਨਾਨਕ ਫਦਿਓ, ਰਾਖ ਲਿਓ ਭਗਵਾਨ, ਰਾਖ ਲਿਓ ਭਗਵਾਨ। ਸੱਚੇ ਪਾਤਸ਼ਾਹ ਜੀ ਸਮਝਾਉਂਦੇ ਨੇ, ਕਹਿੰਦੇ ਯਤਨ ਬਹੁਤ ਮੈਂ ਕਰ ਰਹੇ। ਇਹਦੇ ਸਮਾਨਸ ਨੇ ਯਤਨ ਬਹੁਤ ਕੀਤੇ, ਤਰ੍ਹਾਂ ਤਰ੍ਹਾਂ ਦੇ ਯਤਨ ਤਰੀਕੇ ਵਰਤੇ, ਪਰ ਮਨ ਦੇ ਵਿੱਚੋਂ ਹੰਕਾਰ ਦੂਰ ਨਾ ਹੋਵੇ, ਮਨ ਦਾ ਮਾਣ ਦੂਰ ਨਾ ਹੋਵੇ। ਮਾਨ ਮੁਨੀਵਰ ਮੁਨ ਗੜੇ, ਮਾਨ ਸਭਾ ਕੋ, ਕਿ ਮਾਣ ਐਸਾ ਵੱਡਾ ਰੋਗ ਆ। ਕਹਿੰਦੇ ਮੁਨੀਵਰ ਮਾਣ ਦੇ ਵਿੱਚ ਹੀ ਗੜ ਗਏ, ਵੱਡੇ ਵੱਡੇ ਮਨ। ਤੇ ਸੱਚੇ ਪਾਤਸ਼ਾਹ ਕਹਿੰਦੇ ਮਾਨ ਸਭਾ ਕੋ ਖਾਏ, ਕਹਿੰਦੇ ਸਾਰਿਆਂ ਨੂੰ ਇਹ ਮਾਣ ਹੀ ਖਾਂਦੇ, ਹੰਕਾਰ ਹੀ ਖਾਂਦੇ। ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਦੁਰਮਤ ਸਿਓ ਨਾਨਕ ਫਦਿਓ, ਕਿ ਭੈੜੀ ਮੱਤ ਦੇ ਵਿੱਚ ਫਸਿਆ ਹੋਇਆ ਵਾ ਇਹ ਨਾਨਕ, ਇਹ ਜੀਵ ਨੇ ਭੈੜੀ ਮੱਤ ਧਾਰਨ ਕਰ ਲਈ। ਦੁਰਮਤ ਭੈੜੀ ਮੱਤ ਧਾਰਨ ਕਰ ਲਈ ਇਹਨੇ। ਤੇ ਸੱਚੇ ਪਾਤਸ਼ਾਹ ਕਹਿੰਦੇ ਫਸਿਆ ਹੋਇਆ ਵਾ ਭੈੜੀ ਮੱਤ ਦੇ ਵਿੱਚ। ਤੇ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ ਰਾਖ ਲਿਓ ਭਗਵਾਨ। ਤੇ ਸੱਚੇ ਪਾਤਸ਼ਾਹ ਤੁਸੀਂ ਹੀ ਰੱਖਣ ਵਾਲੇ ਹੋ, ਹੋਰ ਤੇ ਫਿਰ ਕੋਈ ਰੱਖ ਨਹੀਂ ਸਕਦਾ। ਯਤਨ ਤੇ ਬਹੁਤ ਕੀਤੇ ਇਹਨੇ, ਪਰ ਮਨ ਦਾ ਮਾਣ ਨਾ ਦੂਰ ਹੋ। ਕਿਉਂ? ਜਿਹਦੇ ਨਾਲ ਮਾਨ ਦੂਰ ਹੋਣਾ ਸੀ ਉਹ ਕੰਮ ਹੀ ਨਾ ਕੀਤਾ। ਹਉ ਮੈਂ ਬੁੱਝਿਆ ਤਾਂ ਦਰ ਸੁਝਿਆ, ਹਉ ਮੈਂ ਦੀਰਘ ਰੋਗ ਹੈ ਦਾਰੂ ਪੀਏ ਸਮਾਹੇ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ। ਨਾਨਕ ਕਹੈ ਸੁਣੋ ਜਨ ਹੋ ਹਿਤ ਸੰਜਮ ਦੁਖ, ਵਾਹਿਗੁਰੂ ਗੁਰਮੰਤਰ ਹੈ ਜਪ ਹਉ ਮੈਂ ਮਰ। ਸੱਚੇ ਪਾਤਸ਼ਾਹ ਕਹਿੰਦੇ ਸ਼ਬਦ ਦੀ ਕਮਾਈ ਤੇ ਵਾਹਿਗੁਰੂ ਗੁਰਮੰਤਰ ਨੂੰ ਜਪਣਾ, ਕਹਿੰਦੇ ਇਹਦੇ ਨਾਲ ਇਹ ਮਾਨ ਦੂਰ ਹੁੰਦਾ। ਇਹ ਨਹੀਂ ਵੀ ਇਹਦਾ ਤਰੀਕਾ, ਇਹਦਾ ਕੋਈ ਇਲਾਜ ਹੀ ਨਹੀਂ, ਪਰ ਗੁਰਮਤਿ ਨੂੰ ਛੱਡ ਕੇ ਸੱਚੇ ਪਾਤਸ਼ਾਹ ਕਹਿੰਦੇ ਕੋਈ ਇਲਾਜ ਨਹੀਂ ਹੈਗਾ। ਇੱਕੋ ਹੀ ਇਲਾਜ ਹੈ ਇਹਦਾ ਮਾਨ ਦਾ, ਵਾਹਿਗੁਰੂ ਗੁਰਮੰਤਰ ਹੈ ਜਪ। ਕਹਿੰਦੇ ਜਪਣਾ ਹਉ ਮੈਂ ਕੋਈ, ਕਹਿੰਦੇ ਹਉ ਮੈਂ ਇਹਦੇ ਨਾਲ ਖਤਮ ਨਹੀਂ ਤੇ ਆਈ ਜਾਂਦੀ ਹੈ, ਭਾਵੇਂ ਕਿੰਨਾ ਵੀ ਕੋਈ ਧਾਰਮਿਕ ਕਰਮ ਵੀ ਕਰੀ ਜਾਏ। ਧਾਰਮਿਕ ਕਰਮ ਵੀ ਜੇ ਸੱਚੇ ਪਾਤਸ਼ਾਹ ਕਹਿੰਦੇ ਨਹੀਂ ਜਪਦਾ ਗੁਰੂ ਦੀ ਵਿਧੀ ਅਨੁਸਾਰ, ਜਿਸ ਤਰ੍ਹਾਂ ਸੁਖਮਨੀ ਸਾਹਿਬ 'ਚ ਸੱਚੇ ਪਾਤਸ਼ਾਹ, ਕਿਉਂਕਿ ਸੁਖਮਨੀ ਸਾਹਿਬ ਤਕਰੀਬਨ ਸਾਰੇ ਪੜ੍ਹਦੇ, ਬਹੁਤੇ ਪੜ੍ਹਦੇ। ਸੁਖਮਨੀ ਸਾਹਿਬ ਦੇ ਵਿੱਚੋਂ ਸਿੱਖਣਾ ਕਿਸ ਤਰ੍ਹਾਂ ਜਪਣਾ, ਕਿਉਂਕਿ ਇਹ ਨਹੀਂ ਕਿ ਸੰਸਾਰ ਜਪਦਾ ਨਹੀਂ, ਜਪਦੇ ਵੀ ਹੈ,
ਪਰ ਇਹ ਮਾਰਗ ਬੜਾ ਬਰੀਕੀ ਦਾ ਹੈ, ਹਾਂਜੀ ਕਿਉਂਕਿ ਟੋਟਲ ਗੁਰਮਤਿ ਅਨੁਸਾਰ ਜੀਵਨ, ਗੁਰਮਤਿ ਅਨੁਸਾਰ ਸਿਮਰਨ, ਗੁਰਮਤਿ ਅਨੁਸਾਰ ਬਾਣੀ ਪੜ੍ਹਨੀ। ਤੇ ਸੱਚੇ ਪਾਤਸ਼ਾਹ ਜੀ ਫੇਰ ਲਿਖੇ ਵਿੱਚ ਮਿਲਦੇ ਤੇ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ। ਇਹ ਸੱਚੇ ਪਾਤਸ਼ਾਹ ਹੈ ਭਗਵਾਨ ਜੀ ਤੁਸੀਂ ਰੱਖ ਲਿਓ, ਇਹ ਤੇ ਦੁਰਮਤ ਦੀ ਫਾਹੀ 'ਚ ਫਸਿਆ ਹੋਇਆ, ਇਹਨੇ ਤੇ ਭੈੜੀ ਮਤ ਧਾਰਨ ਕੀਤੀ ਹੋਈ ਹੈ, ਭੈੜੀ ਮਤ। ਤੇ ਸੱਚੇ ਪਾਤਸ਼ਾਹ ਜੀ ਤੁਸੀਂ ਕਿਰਪਾ ਕਰੋ। ਯਤਨ ਤੇ ਬਹੁਤ ਕੀਤੇ, ਮਨ ਦਾ ਮਾਣ ਦੂਰ ਹੀ ਨਹੀਂ ਹੁੰਦਾ। ਹੁਣ ਸੱਚੇ ਪਾਤਸ਼ਾਹ ਜੀ ਹਾਰ ਪਰਿਓ ਸੁਆਮੀ ਕੇ ਦੁਆਰੇ, ਕਹਿੰਦੇ ਹੁਣ ਹਾਰ ਕੇ ਸੁਆਮੀ ਦੇ ਦਰ ਤੇ ਆ ਗਏ ਆ। ਹਾਰ ਪਰਿਓ ਸੁਆਮੀ ਕੇ ਦੁਆਰਾ, ਦੀਜਾ ਬੁੱਧ ਵਿਵੇਕਾ। ਸੱਚੇ ਪਾਤਸ਼ਾਹ ਹੁਣ ਵਿਵੇਕ ਬੁੱਧ ਬਖਸ਼ਿਸ਼ ਕਰੋ। ਹੁਣ ਵਿਵੇਕ ਬੁੱਧ ਕਿਸ ਤਰ੍ਹਾਂ ਮਿਲੇਗੀ? ਕਹਿੰਦੇ ਵਿਵੇਕ ਬੁੱਧ ਸਤਿਗੁਰ ਤੇ ਪਾਈ। ਹੁਣ ਵਿਵੇਕ ਬੁੱਧ ਗੁਰੂ ਗ੍ਰੰਥ ਸਾਹਿਬ ਜੀਆਂ ਕੋਲੋਂ ਬਖਸ਼ਿਸ਼ ਹੋਣੀ ਹੈ, ਬਾਣੀ ਚੋਂ। ਬਾਣੀ ਦੀ ਖੋਜ ਕੀਤੇ ਆ, ਬਾਣੀ ਅਨੁਸਾਰ ਢਲਦਿਆਂ ਬਾਣੀ ਅਨੁਸਾਰ ਜੇ ਮਨ ਢਲ ਲੱਗ ਪਏ ਫੇਰ ਨਿਤੇ ਭੈੜੀ ਮਤ ਨਹੀਂ ਛੱਡਣੀ। ਬਾਲ ਜਵਾਨੀ ਅਰ ਬਿਰਧ ਫੁਨ, ਤੀਨ ਅਵਸਥਾ ਜਾਨ, ਕਹੋ ਨਾਨਕ ਹਰ ਭਜਨ ਬਿਨ, ਬਿਰਥਾ ਸਭ ਹੀ ਮਾਨ, ਸੱਚੇ ਪਾਤਸ਼ਾਹ ਜੀ ਸਮਝਾਉਣਾ ਕਰਦੇ, ਕਹਿੰਦੇ ਬਾਲ ਅਵਸਥਾ ਸਾਰਿਆਂ ਨੇ ਇਹਨੂੰ ਧਾਰਨ ਕੀਤਾ ਸੀ। ਜਵਾਨੀ ਨੂੰ ਵੀ, ਜਿਹੜੇ ਜਵਾਨੀ ਤੋਂ ਵੱਡੇ ਵਾਲੇ ਪਾਸੇ ਹੁਣ ਆ ਗਏ ਆ। ਤੇ ਤੀਜੀ ਅਵਸਥਾ ਬਿਰਧ ਦੀ ਹੈ। ਕਹਿੰਦੇ ਤਿੰਨ ਹੀ ਅਵਸਥਾ ਦੇ ਮਨੁੱਖ ਤੇ ਆਉਂਦੀਆਂ ਗੁਰਬਾਣੀ ਨੇ। ਇਹ ਤਿੰਨਾਂ ਅਵਸਥਾਵਾਂ ਦੇ ਵਿੱਚ ਜੀਵਨ ਨੂੰ ਵੰਡਿਆ ਮਨੁੱਖ ਨੇ। ਤੇ ਸੱਚੇ ਪਾਤਸ਼ਾਹ ਕਹਿੰਦੇ ਹਰੀ ਪਰਮਾਤਮਾ ਦੇ ਭਜਨ ਤੋਂ ਬਿਨਾ, ਜੇ ਹਰੀ ਪਰਮਾਤਮਾ ਦਾ ਭਜਨ ਨਹੀਂ ਕਰਦਾ ਹੈ ਨਾਨਕ, ਤਾਂ ਸੱਚੇ ਪਾਤਸ਼ਾਹ ਕਹਿੰਦੇ ਇਹਨੂੰ ਵਿਅਰਥਾ ਹੀ ਮੰਨੋ, ਇਹਨੂੰ ਵਿਅਰਥ ਹੀ ਜਾਣੋ। ਭਾਵੇਂ ਬੜੀ ਸੋਹਣੀ ਬਚਪਨ, ਬੜਾ ਸੋਹਣਾ, ਬੜੇ ਸੁੱਖਾਂ 'ਚ ਬਤੀਤ ਕੀਤਾ, ਜਵਾਨੀ ਦੇ ਵਿੱਚ ਸਾਰੇ ਸੁੱਖ ਹੰਢਾਏ ਹੋਣ, ਬਿਰਧ ਅਵਸਥਾ ਦੇ ਵਿੱਚ ਕਿਤੇ ਕੋਈ ਰੋਗ ਹੀ ਨਾ ਲੱਗੇ, ਸਾਰੇ ਸੁੱਖ ਹੋਣ। ਤੇ ਸੱਚੇ ਪਾਤਸ਼ਾਹ ਕਹਿੰਦੇ ਜੇ ਹਰੀ ਪਰਮਾਤਮਾ ਦਾ ਭਜਨ ਨਹੀਂ ਕਰਦਾ ਤੇ ਕਹਿੰਦਾ ਇਹ ਸਭ ਕੁਝ ਵਿਅਰਥ ਹੀ ਜਾ, ਕਹਿੰਦੇ ਕਿਸੇ ਲੇਖੇ 'ਚ ਨਹੀਂ। ਹੁਣ ਸੰਸਾਰ ਇਹੋ ਹੀ ਸੋਚਦਾ ਬੜੇ ਸੁਖੀ ਆ, ਬੜੀ ਸੁਖੀ ਜ਼ਿੰਦਗੀ ਬੀਤਣ ਲਈ ਹੈ, ਕੀ ਲੋੜ ਹੈ? ਆਪਣਾ ਕਰਦੇ ਆ, ਆਪਣਾ ਖਾਂਦੇ ਆ, ਆਪਣਾ ਕਮਾਉਂਦੇ ਆ, ਅਸੀਂ ਕਿਸੇ ਨੂੰ ਕੀ ਕਹਿਣ ਡਏ ਆ? ਤੇ ਸਾਨੂੰ ਗੁਰਦੁਆਰੇ ਜਾਣ ਦੀ ਕੋਈ ਲੋੜ ਆ? ਅਸੀਂ ਸਾਫ਼ ਹੀ, ਅਸੀਂ ਸਹੀ ਹੈ। ਬਹੁਤੇ ਲੋਕ ਜਿਹੜੇ ਉਹਨਾਂ ਦਾ ਐਸਾ ਹੈ ਕਿ ਸਾਨੂੰ ਨਹੀਂ ਲੋੜ ਗੁਰੂ ਦੀ। ਜੇ ਕਿਤੇ ਇੱਥੇ ਵੀ ਉਹਨਾਂ ਨੂੰ ਮੌਕਾ ਮਿਲੇ ਤਾਂ ਇੱਥੇ ਵੀ ਫਿਰ ਉਹ ਆਪਣਾ ਸੰਸਾਰੀ ਟੌਰ ਹੀ ਜਮਾਉਂਦੇ। ਉਹ ਇੱਥੇ ਵੀ ਪ੍ਰਧਾਨੀਆਂ ਤੇ ਉੱਪਰ ਦੀਆਂ ਕਹਿੰਦੇ ਵੀ ਅਸੀਂ ਉਹ ਜਿਹੜੇ ਉਹਨਾਂ ਗ੍ਰੰਥੀ ਸਿੰਘ ਤੇ ਗੁਰੂ ਦੇ ਵਜ਼ੀਰ ਤੇ ਵੀ ਸਾਡਾ ਰਾਜ ਹੋਵੇ, ਤੇ ਬਾਕੀ ਸੰਗਤ ਵੀ ਜਿਹੜੀ ਉਹ ਸਾਡੇ ਕਹਿਣੇ ਮੁਤਾਬਕ ਬੈਠੇ ਖਲੋਵੇ ਗੁਰੂ ਘਰ ਦੇ ਵਿੱਚ। ਉਹ ਪ੍ਰਧਾਨ ਬਣ ਜਾਂਦੇ, ਸਕੱਤਰ ਬਣ ਜਾਂਦੇ ਨੇ, ਇਸ ਤਰ੍ਹਾਂ ਦੇ ਮੈਂਬਰ ਸਾਹਿਬਾਨ ਬਣ ਜਾਂਦੇ। ਉਹ ਇੱਥੇ ਵੀ ਆਣ ਕੇ ਐਸੀ ਅਵਸਥਾ, ਉਹ ਇੱਥੇ ਵੀ ਆਣ ਕੇ ਤੇ ਹੁੰਦੇ ਉਹਨੂੰ ਗੁਰੇ ਹੀ ਨੇ। ਇਸ ਕਰਕੇ ਸੱਚੇ ਪਾਤਸ਼ਾਹ ਜੀ ਕਹਿੰਦੇ ਤਿੰਨੇ ਅਵਸਥਾ ਬੜੀਆਂ ਸੁੱਖ ਆਨੰਦ ਦੀਆਂ ਬਤਾਈਆਂ ਹੋਣ। ਤੇ ਸੱਚੇ ਪਾਤਸ਼ਾਹ ਕਹਿੰਦੇ ਜੇ ਹਰੀ ਪਰਮਾਤਮਾ ਦਾ ਭਜਨ ਨਹੀਂ ਕੀਤਾ ਹੈ ਨਾਨਕ, ਇਹ ਸਭ ਕੁਝ ਵਿਅਰਥ ਹੀ ਜਾਣਾ। ਕਰਣੋ ਹੋ ਤੋ ਸੋ ਨਾ ਕੀਓ, ਕਰਣੋ
ਕੀਓ। ਵਾਹਿਗੁਰੂ 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 ਕਰਣੋ ਹੋਤੋ ਸੋ ਨਾ ਕੀਓ। ਕਰਣੋ ਤੋ ਸੋ ਨਾ ਕੀਓ। ਭਰਿਓ ਲੋਭ ਕੈ ਫੰਦ। ਹਰਿਓ ਲੋਭ ਕੈ ਫੰਦ। ਨਾਨਕ ਸਮਿਓ ਰਾਮ ਗਇਓ। ਨਾਨਕ ਸਮਿਓ ਰਮ ਗਇਓ। ਅਬ ਕਿਉ ਰੋਵਤ ਅੰਧ। ਅਬ ਕਿਉ ਰੋਵਤ ਅੰਧ। ਗੁਰੂ ਸੱਚੇ ਪਾਤਸ਼ਾਹ ਜੀ ਸਮਝੇ ਕਹਿੰਦੇ ਜਿਹੜਾ ਕੰਮ ਤੂੰ ਕਰਨ ਆਇਆ ਸੀ ਉਹ ਤੂੰ ਕੀਤਾ ਹੀ ਨਾ। ਕਾਰਣੋ ਹੋਤੋ ਸੋ ਨਾ ਕੀਓ। ਕਹਿੰਦੇ ਜਿਹੜਾ ਕੰਮ ਕਰਨ ਵਾਸਤੇ ਤੂੰ ਆਇਆ ਸੀ ਉਹ ਤੇ ਤੂੰ ਕੀਤਾ ਹੀ ਨਾ, ਉਹ ਤੂੰ ਛੋਇਆ ਹੀ ਨਾ, ਉਹਨੂੰ ਸ਼ੁਰੂ ਹੀ ਨਾ ਕੀਤਾ। ਇਹ ਸੱਚੇ ਪਾਤਸ਼ਾਹ ਕਹਿੰਦੇ ਕਿਹੜਾ ਕੰਮ ਕਰਨ ਲੱਗ ਪਿਆ? ਕਹਿੰਦੇ ਪਰਿਓ ਲੋਭ ਕੈ ਫੰਦ। ਕਹਿੰਦੇ ਲੋਭ ਦੀ ਫਾਹੀ 'ਚ ਫਸ ਗਿਆ। ਲੋਭ ਦੀ ਫਾਹੀ 'ਚ ਫਸ ਗਿਆ, ਐਸਾ ਫਾਹੀ 'ਚ ਫਸ ਗਿਆ ਉਹ ਫਾਹੀ ਨਿਕਲਣ ਹੀ ਨਹੀਂ ਦਿੰਦੀ। ਇਹਨੂੰ ਪਤਾ ਹੀ ਨਹੀਂ ਲੱਗਣ ਦਿੰਦੀ ਵੀ ਮੇਰੇ ਗਲ 'ਚ, ਫਿਰ ਇਹਨੂੰ ਜੀਵ ਨੂੰ ਪਤਾ ਨਹੀਂ ਲੱਗਣ ਦਿੰਦੀ, ਇਹਨੂੰ ਪਤਾ ਹੀ ਨਹੀਂ ਵੀ ਮੇਰੇ ਗਲ 'ਚ ਫਾਹੀ ਪਈ ਹੋਈ ਹੈ। ਉਹ ਸਿਲਕ ਦੀ ਫਾਹੀ ਪੈ ਜਾਂਦੀ ਹੈ। ਇਹਦੇ 'ਚ ਮਹਾਰਾਜ ਨੇ ਸਿਲਕ ਦੀ ਫਾਹੀ ਵੀ ਕਿਹਾ। ਉਹ ਸਿਲਕ ਜਿਹੜੀ ਆ ਉਹਦੀ ਜਿਉਂ-ਜਿਉਂ ਉਹਨੂੰ ਕੱਸੀ ਜਾਓ, ਉਹਦੀ ਗੰਢ ਕੱਸੀ ਜਾਂਦੀ ਹੈ ਤੇ ਟੁੱਟਦੀ ਨਹੀਂ। ਕਹਿੰਦੇ ਲੋਭ ਦੀ ਫਾਹੀ ਇਹਦੇ ਗਲ 'ਚ ਪੈ ਗਈ, ਫਾਹੀ ਦੇ ਵਿੱਚ ਪੈ ਗਿਆ। ਲੋਭ ਦੀ ਫਾਹੀ 'ਚ ਜਿਹੜਾ ਕੰਮ ਕਰਨ ਵਾਸਤੇ ਆਇਆ ਸੀ ਉਹ ਕਰਦਾ ਹੀ ਨਹੀਂ। ਤੇ ਸੱਚੇ ਪਾਤਸ਼ਾਹ ਕਹਿੰਦੇ ਫੇਰ ਕਹਿੰਦੇ ਨਾਨਕ ਸਮਿਓ ਰਮ ਗਏ। ਇਹ ਨਾਨਕ ਸਮਾਂ ਬੀਤਦਾ ਬੀਤ ਗਿਆ, ਸਾਰਾ ਹੀ ਬੀਤ ਗਿਆ। ਲੋਭ ਦੀ ਫਾਹੀ 'ਚ ਸਾਰਾ ਹੀ ਬੀਤ ਗਿਆ। ਐਂਡ ਤੇ ਬੈਠਾ ਹੋਇਆ ਵਾ ਤੇ ਤਾਂ ਵੀ ਫਾਹੀ 'ਚ ਫਸਿਆ ਹੋਇਆ ਲੋਕ। ਕਿਨਾਰੇ ਤੇ ਚਲੇ ਜਾਂਦਾ, ਐਂਡ ਦੇ ਕਿਨਾਰੇ ਤੇ ਚਲੇ ਜਾਂਦਾ ਜੀਵ, ਤਾਂ ਵੀ ਲੋਭ ਦੀ ਫਾਹੀ ਦੇ ਵਿੱਚ ਫਸਿਆ ਹੀ ਹੁੰਦਾ, ਜ਼ਿਆਦਾ ਪਈ ਹੁੰਦੀ, ਚੰਬੜਿਆ ਹੁੰਦਾ। ਲੋਭ ਦੀ ਫਾਹੀ ਨੇ ਪੂਰਾ ਇਹਨੂੰ ਜਗੜਿਆ। ਤੇ ਸੱਚੇ ਪਾਤਸ਼ਾਹ ਕਹਿੰਦੇ ਫੇਰ ਕਹਿੰਦੇ ਅਬ ਕਿਉਂ ਰੋਵਤੇ ਅੰਧ। ਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਫਿਰ ਜਾਵਾਂ ਦੀ ਫਾਹੀ ਪੈਂਦੀ ਹੈ ਤੇ ਫਿਰ ਇਹ ਰੋਂਦਾ ਹੈ। ਜਦੋਂ ਇਹ ਰੋਂਦਾ ਹੈ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੁਣ ਕਿਉਂ ਰੋਣਾ? ਕਹਿੰਦੇ ਹੁਣ ਕਿਉਂ ਰੋਣਾ? ਫਿਰ ਇਹ ਵੀ ਕਹਿੰਦਾ ਜੀ ਮੈਨੂੰ ਪਤਾ ਨਹੀਂ ਲੱਗਾ। ਕਹਿੰਦੇ ਪਤਾ ਕਿਉਂ ਨਹੀਂ ਲੱਗਾ ਤੈਨੂੰ? ਫਿਰ ਮਹਾਰਾਜ ਦੱਸ ਵੀ ਦਿੰਦੇ ਵੀ ਇੱਥੇ ਗਿਆ ਸੀ ਤੂੰ, ਇੱਥੇ ਸੰਗਤ 'ਚ ਬੈਠਾ ਸੀ, ਉਸੇ ਦੱਸਿਆ ਜਾ ਰਿਹਾ ਸੀ। ਹੁਣ ਤੇ ਕੋਈ ਕਹਿ ਹੀ ਨਹੀਂ ਸਕਦਾ ਕਿ ਗੁਰੂ ਘਰ ਦੇ ਵਿੱਚ ਸਵੇਰੇ ਨਿਤਨੇਮ ਹੁੰਦਾ, ਸ਼ਾਮ ਨੂੰ ਨਿਤਨੇਮ ਹੁੰਦਾ, ਕੁਝ ਨਹੀਂ ਇਹਨਾਂ ਤੇ ਹੁੰਦਾ ਹੀ ਹੈ ਨਾ। ਪੰਜ ਬਾਣੀਆਂ ਦਾ ਨੇਮ ਹੁੰਦਾ। ਸ਼ਾਮਾਂ ਨੂੰ ਰਹਿਰਾਸ ਸਾਹਿਬ ਜੀ, ਸੋਹਿਲਾ ਸਾਹਿਬ ਜੀ ਦਾ ਜਾਪ ਹੁੰਦਾ।
ਵਾਜਿਆ ਨਹੀਂ ਹੁੰਦਾ। ਹਾਂਜੀ ਤੇ ਸੱਚੇ ਪਾਤਸ਼ਾਹ ਕਹਿੰਦੇ ਤੈਨੂੰ ਪਤਾ ਕਿਉਂ ਨਹੀਂ ਲੱਗਾ? ਹਾਂਜੀ ਹੁਣ ਕਈ ਪੜ੍ਹਨ ਵਾਲੇ ਵੀ ਫਸੇ ਹੁੰਦੇ ਆ। ਠੀਕ ਹੈ ਇਹ ਜ਼ਰੂਰੀ ਥੋੜੀ ਹੈ ਵੀ, ਕਿਉਂਕਿ ਇਹ ਕਮਾਈ ਦਾ ਮਾਰਗ ਹੈ, ਹਾਂਜੀ ਇਕੱਲਾ ਪੜ੍ਹਨ ਦਾ ਮਾਰਗ ਨਹੀਂ ਹੈ। ਕਿ ਸ਼ਾਇਦ ਪੜ੍ਹਨ ਵਾਲਾ ਹੀ ਕਹੇ ਸ਼ਾਇਦ ਮੇਰੀ ਖਲਾਸੀ ਹੋਵੇ। ਹਾਂਜੀ ਸੱਚੇ ਪਾਤਸ਼ਾਹ ਕਹਿੰਦੇ ਪੜ੍ਹਿਆ ਨਹੀਂ, ਹਾਂਜੀ ਪੜ੍ਹਿਆ ਨਹੀਂ, ਹਾਂਜੀ ਬੁਝਿਆ ਭੇਦ ਭਾਵ। ਹੁਣ ਬੁਝਦੇ ਫਿਰਦੇ ਫਿਰਦੇ, ਹਾਂਜੀ ਕਿਉਂਕਿ ਸਾਡੀ ਭਾਸ਼ਾ 'ਚ ਬਾਣੀ ਪੰਜਾਬੀ 'ਚ ਸੱਚੇ ਪਾਤਸ਼ਾਹ ਜੀ ਨੇ ਲਿਖ ਦਿੱਤੀ ਹੈ, ਪੜ੍ਹ ਹੀ ਲੈਂਦੇ ਆ ਵੀ ਇਹ ਜੀ ਲਓ ਜੀ ਬਾਣੀ ਤੁਸੀਂ ਪੜ੍ਹ ਲਈ। ਹਾਂਜੀ ਸੱਚੇ ਪਾਤਸ਼ਾਹ ਜੀ ਫਿਰ ਬੁੱਝਣ ਤੇ ਨਿਬੇੜਾ ਕਰ ਵੀ ਹਾਂ ਬੁੱਝਿਆ, ਬੁੱਝ ਲਿਆ ਚੀਜ਼ ਨੂੰ, ਸਮਝ ਲਿਆ। ਜਿਹੜੀ ਚੀਜ਼ ਸਮਝੀ ਜਾਏ, ਟੀਚਰ ਪੁੱਛਦਾ ਹਾਂ ਕਾਕਾ ਤੈਨੂੰ ਆ ਸਿਲੇਬਸ ਸਮਝ ਆ ਗਿਆ, ਹਾਂਜੀ ਸੁਣਾ। ਤਾਂ ਫਿਰ ਉਹ ਜਦੋਂ ਸੁਣਾ ਦਿੰਦਾ ਤੇ ਕਹਿੰਦੇ ਹਾਂ ਤੁਹਾਨੂੰ ਸਮਝ ਆ ਗਿਆ। ਹੁਣ ਸੱਚੇ ਪਾਤਸ਼ਾਹ ਜੀ ਕਹਿੰਦੇ ਸਮਝ ਗਿਆ ਗੱਲ, ਕੀ ਭਜਨ ਕਰਨ ਲੱਗ ਪਿਆ। ਹਾਂਜੀ ਭਜਨ ਕਰਦਾ, ਭੈੜੀ ਬਾਤ ਛੱਡਣੀ ਸ਼ੁਰੂ ਕੀਤੀ। ਹੁਣ ਇੱਥੇ ਆ ਕੇ ਵੀ ਇੱਥੇ ਦੇ ਚੌਕੀਦਾਰ, ਇੱਥੇ ਦੇ ਜਿੰਨੇ ਇੱਥੇ ਆ ਵਾਲੇ ਆ ਕੇ ਦੁਬਦਾ ਨਹੀਂ ਛੱਡਦੇ, ਸੰਗਤ ਨਾਲ ਦੁਬਦਾ ਕਰ, ਹਾਂਜੀ ਸੰਗਤ ਨੂੰ ਭੈੜੇ ਸ਼ਬਦ ਬੋਲ ਦਿੰਦੇ ਹਾਂਜੀ ਹੈ ਨਾ। ਠੀਕ ਹੈ ਜੀ ਤੇ ਸੱਚੇ ਪਾਤਸ਼ਾਹ ਕਹਿੰਦੇ ਹਾਂ ਵੀ ਕੀ ਸਿੱਖਿਆ, ਕੀ ਸਿੱਖਿਆ ਤੂੰ? ਇੱਥੇ ਆ ਕੇ ਵੀ ਜਿਹੜਾ ਵਾ ਉਹ, ਕਿਉਂਕਿ ਤਾਂ ਹੀ ਤੇ ਸੱਚੇ ਪਾਤਸ਼ਾਹ ਕਹਿੰਦੇ ਵੀ ਦੁਰਮਤ ਸਿਓ ਨਾਨਕ ਫਦਿਓ, ਹਾਂਜੀ ਰੱਖ ਲਿਓ ਇਹ ਭਗਵਾਨ ਤੂੰ ਰੱਖ ਲੈ। ਦੁਰਮਤ ਭੈੜੀ ਮਤ ਜਿਹੜੀ ਆ ਉਹ ਹਰ ਥਾਂ ਹੀ ਕੰਮ ਕਰਦੀ ਹੈ, ਹਾਂਜੀ ਖਾਸ ਕਰਕੇ ਸਥਾਨਾਂ ਤੇ ਜ਼ਿਆਦਾ ਕਰਦੀ ਹੈ, ਵਾਹਿਗੁਰੂ ਹਾਂਜੀ ਕਰਦੀ ਹੈ। ਇੱਕ ਦੂਜੇ ਦਾ ਦਿਲ ਦਿਖਾਈ ਜਾਣਾ, ਜੇ ਕੋਈ ਪਿਆਰ ਨਾਲ ਲੱਗਾ ਉਹਦਾ ਦਿਲ ਦਿਖਾ। ਠੀਕ ਹੈ ਤੇ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਕਹਿੰਦੇ ਸਮਾਂ ਬੀਤ ਗਿਆ ਹੁਣ ਕਿਉਂ ਰੋਣਾ? ਹਾਂਜੀ ਸਮਾਂ ਤੈਨੂੰ ਦਿੱਤਾ ਸੀ ਮਨੁੱਖ ਜਾਮਾ, ਸਮਾਂ ਸਾਡੇ ਕੋਲ। ਤੇ ਮਨੁੱਖ ਜਾਮਾ ਜਦੋਂ ਮਨੁੱਖ ਜਾਮੇ ਦਾ ਸਮਾਂ ਖਤਮ ਹੋ ਗਿਆ, ਸਵਾਸ ਖਤਮ ਹੋ ਗਏ, ਇਹ ਕੋਲ ਹੀ ਨਾ ਰਿਹਾ, ਮਨ ਸਨਮੁਖ ਹੋਣਾ ਜਾ। ਤੇ ਮਨ ਜਮਾ ਦੀ ਫਾਹੀ 'ਚ ਪੈ ਗਿਆ, ਫਸ ਗਿਆ। ਹਾਂਜੀ ਧਰਮਰਾਜ ਲੇਖਾ ਚੋਖਾ ਕਰ ਰਿਹਾ। ਤੇ ਸੱਚੇ ਪਾਤਸ਼ਾਹ ਕਹਿੰਦੇ ਹੁਣ ਤੇ ਕੀ ਰੋਇਆ ਕੀ ਕਰੂ ਤੇਰਾ? ਜਦੋਂ ਕਰਨ ਦਾ ਸਮਾਂ ਉਹਦੇ ਤੋਂ ਤੂੰ ਕੀਤਾ ਉਹਦਾ ਲੋਭ ਦੀ ਲਹਿਰ 'ਚ ਫਸਿਆ ਰਿਹਾ। ਹਾਂਜੀ ਉਦੋਂ ਤੇ ਕਹਿੰਦਾ ਹਾਂ ਵੀ ਆ ਵੀ ਇਕੱਠਾ ਕਰ ਲਾਂ, ਵੀ ਇਕੱਠਾ ਕਰ ਲਾਂ, ਇੱਧਰੋਂ ਵੀ ਆ ਜੇ, ਇੱਧਰੋਂ ਵੀ ਆ ਜੇ। ਠੀਕ ਹੈ ਕਹਿੰਦੇ ਲੋਭ ਦੀ ਫਾਹੀ ਦੇ ਵਿੱਚ ਫਸਿਆ ਰਿਹਾ। ਤੇ ਕਰਨ ਦਾ ਸਮਾਂ ਹੀ ਉਦੋਂ ਕਹਿੰਦਾ ਟਾਈਮ ਹੀ ਹੈ ਨਹੀਂ। ਹਾਂਜੀ ਕਹਿੰਦੇ ਹੁਣ ਸਮਾਂ ਬੀਤ ਗਿਆ। ਤੇ ਸੱਚੇ ਪਾਤਸ਼ਾਹ ਕਹਿੰਦੇ ਹੁਣ ਅੰਨ੍ਹਿਆ ਰੋ ਨਾ, ਠੀਕ ਹੈ ਹੁਣ ਕੋ ਰੋ, ਹੁਣ ਚੱਲ। ਮਨ ਮਾਇਆ ਮੈਂ ਰਮ ਰਹਿਓ, ਮਨ ਮਾਇਆ ਮੈਂ ਰਮ ਰਹਿਓ, ਨਿਕਸਤ ਨਾਹਿਨ ਮੀਤ, ਨਿਕਸਤ ਨਾਹਿ ਮੀਤ, ਨਾਨਕ ਮੂਰਤ ਜਿਤਰ ਜਿਉ, ਨਾਨਕ ਮੂਰਤ ਚਿਤਰ ਜਿਉ, ਛਾੜਿਤ ਨਾਹਿਨ ਭੀਤ, ਸਾੜਤ ਨਾਹਿ ਪੀਤ। ਸੱਚੇ ਪਾਤਸ਼ਾਹ ਜੀ ਸਮਝਾਉਂਦੇ ਨੇ ਮਨ ਮਾਇਆ ਮੈਂ ਫਾਦ ਰਹਿਓ, ਮਨ ਮਾਇਆ ਮੈਂ ਰਾਮ ਰਹਿਓ। ਹਾਂਜੀ ਕਹਿੰਦੇ ਇਸ ਤਰ੍ਹਾਂ ਮਾਇਆ ਦੇ ਵਿੱਚ ਇੱਕਮਿਕ ਹੋ ਚੁੱਕਾ ਹੈ, ਹਾਂਜੀ ਨਿਕਸਤ ਨਾਹਿ ਮੀਤ। ਹੇ ਮਿੱਤਰੋ ਇਹ ਨਿਕਲਦਾ ਹੀ ਨਹੀਂ, ਵਾਹਿਗੁਰੂ ਨਿਕਲਦਾ ਵਾ। ਹਾਂਜੀ ਐਸਾ ਰਮ ਗਿਆ, ਐਸਾ ਰਮ ਗਿਆ ਹੈ ਕਿ ਸੱਚੇ ਪਾਤਸ਼ਾਹ ਜੀ ਦੇ ਗੁਰਮੰਤਰ ਦਾ ਸਿਮਰਨ ਕਰਦੇ ਆ ਵੀ ਇਹ ਮਾਇਆ ਦੇ ਵਿੱਚ ਹੀ ਰਮਿਆ ਹੋਇਆ ਹਾਂਜੀ ਹੈ ਨਾ। ਹਾਂਜੀ ਆਪਣੀ ਹਾਲਾਤ ਅੰਦਰੋਂ ਝਾਤੀ ਮਾਰ ਕੇ ਵੀ ਠੀਕ ਹੈ ਵੀ ਇਹ ਐਸਾ ਵਿੱਚ ਇੱਕਮਿਕ ਹੋਇਆ ਹੋਇਆ ਕਿ
ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਮੁਖ ਤੋਂ ਸਿਮਰਨ ਕਰ ਰਹੇ ਹੁੰਦੇ ਆ, ਯਤਨ ਕਰ ਰਹੇ ਹੁੰਦੇ ਆ, ਪਰ ਇਹ ਅੰਦਰੋਂ ਮਨ ਮਾਇਆ ਵਿਚਾਰ ਦੇ ਹੀ ਜਾਂਦੀ। ਹਾਂਜੀ ਤੇ ਸੱਚੇ ਪਾਤਸ਼ਾਹ ਕਹਿੰਦੇ ਐਸਾ ਰਮ ਗਿਆ ਹੈ, ਐਸਾ ਰਲ ਮਿਲ ਗਿਆ ਹੈ ਮਾਇਆ ਦੇ ਵਿੱਚ। ਹਾਂਜੀ ਤੇ ਸੱਚੇ ਪਾਤਸ਼ਾਹ ਕਹਿੰਦੇ ਨਿਕਸਤ ਨਾ ਹਿਲਦੀ, ਇਹ ਮੇਰੇ ਮਿੱਤਰੋ ਨਿਕਲਦਾ ਹੀ ਨਹੀਂ ਹੈ। ਵਾਹਿਗੁਰੂ ਹਾਂਜੀ ਤੇ ਸੱਚੇ ਪਾਤਸ਼ਾਹ ਕਹਿੰਦੇ ਕਿਸ ਤਰ੍ਹਾਂ ਰਮ ਗਿਆ ਹੈ? ਕਹਿੰਦੇ ਨਾਨਕ ਮੂਰਤ ਚਿਤਰ ਜਿਉ ਛਾੜਤ ਨਾ ਹਿਲ ਪੀ। ਕਹਿੰਦੇ ਕੰਧ ਦੇ ਉੱਤੇ ਚਿੱਤਰ ਚਿਤਰਿਆ ਹੋਵੇ ਨਾ, ਆਮ ਆਪਾਂ ਵੇਖਦੇ ਆ ਵੀ ਕੰਧ ਦੇ ਉੱਤੇ ਕੁਝ ਲਿਖਿਆ ਹੋਇਆ ਹੋਵੇ। ਹਾਂਜੀ ਆਮ ਹੁਣ ਕਰਦੇ ਨੇ ਲਿਖ ਕੇ, ਇੱਕ ਕੰਪਨੀ ਆਉਂਦੀ ਉਹ ਦੂਸਰੀ ਮਿਟਾ ਕੇ। ਜਦੋਂ ਉਹ ਥੱਲੇ ਪੋਚਾ ਜਿਹਾ ਫੇਰਦੇ ਨੇ ਤੇ ਥੱਲੇ ਉਹ ਜਿਹੜੀ ਪਹਿਲਾਂ ਲਿਖਿਆ ਹੁੰਦਾ ਉਹ ਫੇਰ ਦਿਸਦਾ ਹੈ। ਤੇ ਹਾਂਜੀ ਉਹ ਚੀਜ਼ ਦੀ ਪਰਿਭਾਸ਼ਾ ਦਿੱਤੀ ਹੈ ਸੱਚੇ ਪਾਤਸ਼ਾਹ ਜੀ ਨੇ। ਸੱਚੇ ਪਾਤਸ਼ਾਹ ਨੇ ਛਾੜਤ ਨਾ ਹਿਨ ਭੀਤ, ਭੀਤ ਕਹਿੰਦੇ ਕੰਧ ਨੂੰ, ਕਹਿੰਦੇ ਕੰਧ ਉਹ ਫੇਰ ਵੀ ਨਹੀਂ ਛੱਡਦੀ ਉਹ ਚੀਜ਼। ਹਾਂਜੀ ਕਹਿੰਦੇ ਆਹ ਹਾਲ ਹੋ ਗਿਆ ਇਹਦਾ ਮਨ ਦਾ। ਹਾਂਜੀ ਕਹਿੰਦੇ ਜਿਸ ਤਰ੍ਹਾਂ ਸੱਚੇ ਪਾਤਸ਼ਾਹ ਕਹਿੰਦੇ ਮੂਰਤੀ ਚਿੱਤਰ ਕੀਤਾ ਹੁੰਦਾ ਕੰਧ ਤੇ, ਕਹਿੰਦੇ ਉਹ ਛੱਡਤ ਨਾ ਹਿਨ ਭੀਤ, ਕਹਿੰਦੇ ਉਹ ਕੰਧ ਨੂੰ ਫੇਰ ਨਹੀਂ ਛੱਡਦਾ ਉਹ ਜਿਹੜਾ ਚਿੱਤਰ। ਇਸੇ ਹੀ ਇਹ ਤਰ੍ਹਾਂ ਜਿਹੜਾ ਸਾਡਾ ਮਨ ਹੈ ਮਾਇਆ ਨੂੰ ਛੱਡਦਾ ਹੀ ਨਹੀਂ, ਹਾਂਜੀ ਨਿਕਲਦਾ ਹੀ ਨਹੀਂ ਇਹਦੇ ਚੋਂ। ਨਰ ਚਾਹਤ ਕਛ ਔਰ, ਨਰ ਚਾਹਤ ਕਛ ਔਰ, ਔਰ ਕੀ ਔਰ ਪਈ, ਔਰ ਕੀ ਔਰ ਪਈ, ਚਿਤਵਤ ਰਹਿਓ ਠਗੌਰ, ਚਿਤਵਤ ਉਠ ਗੌਰ, ਨਾਨਕ ਫਾਂਸੀ ਗਲ ਪਰੀ, ਨਾਨਕ ਫਾਸੀ ਗਲ ਪਰੀ। ਸੱਚੇ ਪਾਤਸ਼ਾਹ ਕਹਿੰਦੇ ਇਹ ਮਨੁੱਖ ਕੁਛ ਹੋਰ ਚਾਹੁੰਦਾ ਹੈ, ਨਰ ਚਾਹਤ ਕਛ ਕੁਛ ਹੋਰ ਚਾਹੁੰਦਾ ਹੈ। ਹਾਂਜੀ ਹਾਂਜੀ ਵਾਹਿਗੁਰੂ ਕਹਿੰਦੇ ਔਰਾ ਕੀ ਔਰਾ ਕੀ, ਕਹਿੰਦੇ ਜੋ ਇਹ ਚਾਹੁੰਦਾ ਵਾ ਤੇ ਬਣ ਕੀ ਗਿਆ, ਬਣ ਹੋਰ ਦਾ ਹੋਰ ਹੀ ਗਿਆ। ਹਾਂਜੀ ਚਾਹੁੰਦਾ ਕਹਿੰਦੇ ਹੋਰ ਵਾ ਕੁਛ, ਇੱਥੇ ਆਣ ਕੇ ਹੋਰ ਪਾਸੇ ਪੈ ਗਏ। ਹਾਂਜੀ ਕਰਨਾ ਤੇ ਇੱਥੇ ਨਾਮ ਦੇ ਨਾਲ ਪਿਆਰ ਸੀ, ਵਾਹਿਗੁਰੂ ਨਾਮ ਦੇ ਨਾਲ ਇਹਦਾ ਕੁਝ ਨਹੀਂ ਤੇ 50% ਤੇ ਚਾਹੀਦਾ ਹੈ ਨਾ, ਬਰਾਬਰ ਬਰਾਬਰ। ਹਾਂਜੀ ਜੇ 50% ਸਿਮਰਨ ਹੋਵੇ, ਅਭਿਆਸ ਹੋਵੇ, ਤੇ 50% ਸੰਸਾਰੀ ਦੇ ਵਿੱਚ ਫਿਰ ਨਹੀਂ ਖੁੱਬਦਾ ਹੈ। ਠੀਕ ਹੈ ਹੁਣ ਇਹਦਾ 1-ਅੱਧਾ% ਇੱਧਰ ਵੱਲ ਧਿਆਨ ਨਾਲ ਤੇ 98-99% ਜਿਹੜਾ ਵਾ ਉਧਰ। ਹਾਂਜੀ ਤੇ ਸੱਚੇ ਪਾਤਸ਼ਾਹ ਕਹਿੰਦੇ ਚਾਹੁੰਦਾ ਤੇ ਅੰਦਰੋਂ ਇਹ ਕੁਛ ਹੋਰ ਹੀ ਹੈ, ਚਾਹੁੰਦਾ ਤੇ ਆ ਜਾ ਕੇ ਮਾਇਆ ਹੀ ਹੈ। ਹਾਂਜੀ ਔਰਾ ਕੀ ਔਰਾ ਭਈ, ਕਹਿੰਦੇ ਹੋਰ ਦਾ ਹੋਰ ਹੀ ਗਿਆ ਕੰਮ। ਇਹ ਹੋ ਗਿਆ ਕਹਿੰਦੇ ਚਿਤਵਤ ਰਹਿਓ ਠਗਾਓ, ਕਹਿੰਦੇ ਕੀ ਕਰਦਾ ਰਿਹਾ? ਕਹਿੰਦੇ ਠਗੌਰੀ ਦੇ ਨਾਲ ਹੀ ਪਿਆਰ ਪਾਉਂਦਾ ਭਾ ਛੜਿਆ, ਠਗੌਰੀ ਮਾਇਆ ਠਗੌਰੀ ਦੇ ਨਾਲ ਹਾਂਜੀ ਉਹਨੂੰ ਹੀ ਚੇਤੇ ਕਰਦਾ ਰਿਹਾ। ਚਿਤਵਤ ਰਹਿਓ ਠਗਾਓ, ਕਹਿੰਦੇ ਉਹ ਜਿਹੜੀ ਸਾਰਿਆਂ ਨੂੰ ਠੱਗਦੀ ਆ ਉਹਨੂੰ ਹੀ ਯਾਦ ਕਰਦਾ ਰਿਹਾ ਹੈ ਹਾਂਜੀ ਸਾਰੀ ਉਮਰ। ਇਹ ਤੈਨਾਂ ਕੀ ਨਾਨਕ ਫਾਂਸੀ ਗਲ ਪਈ, ਤੇ ਕਹੇ ਹੇ ਨਾਨਕ ਜਮਾ ਦੀ ਫਾਹੀ ਗਲ 'ਚ ਪੈ ਗਈ। ਵਾਹਿਗੁਰੂ ਜਮਾ ਦੀ ਫਾਹੀ ਕਹਿੰਦੇ ਗਲ 'ਚ ਪੈ ਗਈ, ਉਹ ਲੱਥੀ ਨਾ। ਵਾਹਿਗੁਰੂ ਹਾਂਜੀ ਕਹਿੰਦੇ ਜਾਨ ਜਾਨ ਕਹਿ ਸਭ ਊਹਾਂ, ਨਾ ਜਾਣਤ ਬੈਕੁੰਠ ਹੈ ਕਹਾ। ਵਾਹਿਗੁਰੂ ਇਹਦੇ ਉੱਤਰ ਸਾਰੇ ਕਹਿੰਦੇ ਬਸ ਸਵਰਗਾਂ ਨੂੰ ਚਲ ਗਏ ਸਾਡੇ ਬਜ਼ੁਰਗ, ਹਾਂਜੀ ਸੱਚਖੰਡ ਚਲ ਗਏ ਜੀ, ਸੱਚਖੰਡ ਵਾਸੀ ਹੋ ਚਲੇ ਗਏ। ਇਹਦੇ ਸਾਰੇ ਕਹਿੰਦੇ ਉਤਰਾ ਉੱਥੇ ਤੋਂ ਘੱਟ ਤੇ ਕੋਈ ਵੀ ਨਹੀਂ ਕਹਿੰਦਾ। ਇਹਦੇ ਪਤਾ ਹੈ ਨਹੀਂ ਬਖੁੰਠ ਹੈਗੀ। ਸੱਚੇ ਪਾਤਸ਼ਾਹ ਕਹਿੰਦੇ ਸਾਧ ਸੰਗਤ ਬੈਕੁੰਠੇ ਆਏ, ਹਾਂਜੀ ਇਹਨੂੰ ਬੈਕੁੰਠ ਕਹਿੰਦੇ। ਠੀਕ ਹੈ ਸਾਧ ਸੰਗਤ ਦੇ ਵਿੱਚ ਬੈਠ ਕੇ ਹਾਂਜੀ ਤੇ ਸੱਚੇ ਪਾਤਸ਼ਾਹ ਜੀ ਦੇ ਕੋਲੋਂ ਮੱਤ ਲੈਣੀ, ਉਹਨਾਂ ਦੀ ਮੱਤ ਮੁਤਾਬਕ ਫਿਰ ਸੰਗਤ ਦੇ ਵਿੱਚ ਸਭ ਤੋਂ ਪਹਿਲਾਂ ਸੰਗਤ ਦੇ ਵਿੱਚ ਮਾਲਕ ਦੀ ਮੱਤ ਦੇ ਅਨੁਸਾਰ ਬੈਠਣਾ ਉੱਠਣਾ, ਸੁਣਨਾ, ਹਾਂਜੀ ਕਰਨਾ।
ਸਭ ਤੋਂ ਪਹਿਲਾਂ ਸੰਗਤ ਦੇ ਵਿੱਚ ਸਿੱਖਣਾ ਹੈ, ਜੋ ਸੰਗਤ ਦੇ ਵਿੱਚ ਸਿਖਾਇਆ ਜਾਂਦਾ ਉਸ ਨੂੰ ਅਪਲਾਈ ਕਰਨਾ ਹੈ। ਹਾਂਜੀ ਇੱਥੇ ਅਪਲਾਈ ਕਰਕੇ ਫਿਰ ਬਾਹਰ ਸੰਸਾਰ 'ਚ ਅਪਲਾਈ ਕਰਨਾ ਹੈ। ਠੀਕ ਹੈ ਉੱਥੇ ਵੀ ਫਿਰ ਆਪਣੇ ਜੀਵਨ ਨੂੰ ਇਸ ਮਤ ਮੁਤਾਬਕ ਢਾਲਣਾ ਹੈ। ਹਾਂਜੀ ਅਜੇ ਸਾਡਾ ਕਿੰਨਾ ਕੁਝ ਕਰਨ ਵਾਲਾ ਪਿਆ ਹੈ। ਠੀਕ ਹੈ ਅਜੇ ਨਾ ਤੇ ਸਾਨੂੰ ਇੱਥੇ ਪੂਰਨ ਤੌਰ ਤੇ ਬੈਠਣਾ ਆ ਰਿਹਾ ਹੈ, ਹਾਂਜੀ ਤੇ ਬਾਹਰ ਕੀ ਬਣੇਗਾ? ਬਾਹਰ ਤੇ ਬਣ ਹੀ ਰਿਹਾ ਜੋ ਬਣ ਰਿਹਾ ਹੈ। ਉੱਥੇ ਜਾ ਕੇ ਜਿੰਨੇ ਲਾਈ ਗੱਲੀ ਤੇ ਉਹਦੇ ਨਾਲ ਉੱਥੇ ਚੱਲੀ ਵਾਲਾ ਹਾਲ ਹੋਇਆ ਪਿਆ ਜੇ, ਹਾਂਜੀ ਕਿ ਨਹੀਂ? ਠੀਕ ਹੈ ਜੀ। ਹੈ ਨਾ? ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਕਹਿੰਦੇ ਚਿਤਵਤ ਰਿਓ ਠਗਾਓ ਨਾਨਕ ਫਾਸੀ ਗੱਲ ਫਿਰ ਔਖਾ ਹੈ ਮਾਰਗ, ਹਾਂਜੀ ਪਰ ਜੇਕਰ ਇਹਨੂੰ ਅਪਣਾ ਲਿਆ ਤੇ ਸੱਚੇ ਪਾਤਸ਼ਾਹ ਕਹਿੰਦੇ ਸੁੱਖ ਵੀ ਇਹਦੇ ਨਾਲ ਹੈ। ਤੇ ਜੇ ਇਹਨੂੰ ਤਿਆਗਤਾ ਤੇ ਕਹਿੰਦੇ ਦੁੱਖ ਵੀ ਇੰਨੇ ਨੇ ਵੱਡੇ ਨੇ ਅੱਗੇ ਆਉਣ ਵਾਲੇ ਸਮੇਂ 'ਚ। ਹਾਂਜੀ ਕਹਿੰਦੇ ਫਿਰ ਕਿਤੇ ਸੁੱਖਾਂ ਦੀ ਨਾ ਜਲ ਲੇਫ ਤੜਾਈਆਂ ਨਾ ਭੋਜਨ ਪ੍ਰਕਾਰੋ, ਭੋਜਨ ਭਾਉ ਨਾ ਠੰਡਾ ਬਾੜੀ ਨਾ ਦੀਸੇ ਘਰ ਬਾਹਰ। ਆਹ ਹਾਲ ਹੋ ਜਾਣਾ। ਠੀਕ ਹੈ ਹੁਣ ਤੇ ਸੋਹਣੀਆਂ ਲੇਫ ਤੜਾਈਆਂ ਤੇ ਸਾਹਮਣੇ ਹਾਂਜੀ ਪ੍ਰਕਾਰ ਪ੍ਰਕਾਰ ਦੇ ਭੋਜਨ ਛਕਨੇ ਆ, ਠੰਡਾ ਪਾਣੀ ਕਹਿੰਦੇ ਆ ਲਿਆਓ। ਹਾਂਜੀ ਪਤਾ ਹੈ ਮੇਰਾ ਘਰ ਹੈ, ਘਰ ਜਾਣਾ ਹੈ, ਹਾਂਜੀ ਭੱਜਦੇ ਆ ਨਾ ਸਾਰੇ ਘਰ, ਕਿਤੇ ਗਏ ਜੀ, ਘਰ ਨੂੰ ਜਾਣਾ ਹੈ। ਤੇ ਸੱਚੇ ਪਾਤਸ਼ਾਹ ਕਹਿੰਦੇ ਸਭ ਕੁਝ ਹੀ ਤੇਰੇ ਕੋਲ ਨਹੀਂ ਰਹਿਣਾ। ਠੀਕ ਹੈ ਹੁਣ ਤੇ ਜਾਣਾ ਲੇਖ ਤਲਾਈਆਂ ਦੇ ਉੱਤੇ, ਵੇਖੋ ਇੱਥੋਂ ਤੋਂ ਆਕਵਾ ਮਨੁੱਖ 18 20 ਘੰਟੇ ਲੇਖ ਤਲਾਈਆਂ ਤੇ ਪਿਆ। ਹਾਂਜੀ ਹਾਂਜੀ, ਤਾਂ ਸੱਚੇ ਪਾਤਸ਼ਾਹ ਕਹਿੰਦੇ ਸਭ ਕੁਝ ਹੀ ਖੋ ਸਜਾ। ਠੀਕ ਹੈ ਇਸ ਕਰਕੇ ਸੱਚੇ ਪਾਤਸ਼ਾਹ ਕਹਿੰਦੇ ਹੁਣ ਗੋਬਿੰਦ ਬਿਲਡ ਕੀ ਇਹ ਤੇਰੀ ਬਰੀ ਹੈ, ਹਾਂਜੀ ਉਹਦੇ ਨਾਲ ਪਿਆਰ ਭਾਵੇਂ ਲੇਖ ਤਲਾਈਆਂ ਦੇ ਪੈ ਪਾ ਲੈ ਠੀਕ ਹੈ ਤੇ ਭਾਵੇਂ ਸਫਾ ਦੇ ਬਹਿ ਕੇ ਪਾ ਲੈ ਵਾਹ ਹਾਂਜੀ ਪਰ ਸੱਚੇ ਪਾਤਸ਼ਾਹ ਕਹਿੰਦੇ ਪਵੇਗਾ ਕਿਵੇਂ? ਭਈ ਪ੍ਰਾਪਤ ਮਨੁੱਖ ਦੇ ਹੋਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਹਾਂਜੀ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਹਾਂਜੀ ਭਾਜ ਕੇਵਲ। ਵਾਹ ਇਹਦੇ ਸੰਗਤ ਦੇ ਵਿੱਚ ਮਿਲ ਕੇ ਆ ਜਾ ਕਰ ਤੇ ਇੱਥੇ ਭਜਨ ਕਰਿਆ ਕਰ। ਹਾਂਜੀ ਕਹਿੰਦੇ ਇਹ ਸੌਖਾ ਤਰੀਕਾ ਹੈ ਵਾਹ ਮਨੁੱਖ ਜਾਵੇ ਦਾ ਲਾਹਾ ਤੇ ਕੇਵਲ ਇਹ ਹੀ। ਇਹ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ। ਜਤਨ ਬਹੁਤ ਸੁਖ ਕੇ ਕੀਏ, ਯਤਨ ਬਹੁਤ ਸੁਖ ਕੇ ਕੀਏ, ਦੁਖ ਭੋਗਿਓ ਨਾ ਕੋਇ, ਦੁਖ ਭੋਗਿਓ ਨਾ ਕੋਇ। ਕਹੋ ਨਾਨਕ ਸੁਨ ਰੇ ਮਨਾ, ਕਹੋ ਨਾਨਕ ਸੁਨ ਰੇ ਮਨਾ, ਹਰ ਭਾਵੈ ਸੋ ਹੋਏ, ਹਰਿ ਭਾਵੈ ਸੋ ਹੋਏ। ਸੱਚੇ ਪਾਤਸ਼ਾਹ ਜੀ ਕਹਿੰਦੇ ਜਤਨ ਬਹੁਤ ਸੁਖ ਕੇ ਕੀਏ। ਵਾਹ ਹੁਣ ਮਨੁੱਖ ਸਾਰੀ ਜ਼ਿੰਦਗੀ ਸੁਖ ਵਾਸਤੇ ਭੱਜਾ ਫਿਰਦਾ ਹੈ ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਯਤਨ ਕਰਦਾ ਹੈ, ਬਹੁਤ ਯਤਨ ਕਰਦਾ ਹੈ। ਯਤਨ ਬਹੁਤ ਸੁਖ ਕੇ ਵਾਹ ਦੁੱਖ ਕੋ ਕੀਏ ਨਾ ਕੋਈ। ਹੁਣ ਸੰਗਤ ਦੇ ਵਿੱਚ ਬੈਠਣਾ ਹੈ, ਪੈਸੇ ਲੈਣੇ ਹੋਣ ਤੇ ਭਾਵੇਂ 4 ਘੰਟੇ ਧੁੱਪੇ ਖਲੋਣਾ ਪਵੇ, ਖਲੋਂਦਾ ਮਨ। ਹਾਂਜੀ ਹਾਂਜੀ, ਠੀਕ ਹੈ ਜੀ ਕਿਤੇ ਸਰਕਾਰ ਵੱਲੋਂ 500 ਰੁਪਈਆ ਮਾਈਆਂ ਨੂੰ ਆਇਆ ਹੋਵੇ ਤੇ 5-5 ਘੰਟੇ ਧੁੱਪੇ ਸੜ ਜਾਂਦੇ, ਹਾਂਜੀ ਅਸੀਂ ਵੀ ਸੜ ਜਾਂਦੇ ਠੀਕ ਹੈ ਪੈਸੇ। ਇੱਥੇ ਸੰਗਤ ਚ ਆਉਂਦੇ ਆ, ਹਾਂਜੀ ਤਕਰੀਬਨ ਕੋਸ਼ਿਸ਼ ਕਰਦੇ ਆ ਵੀ ਅੱਧਾ ਕੁ ਘੰਟਾ ਬਹਿਣਾ ਪਵੇ, ਘੰਟਾ ਬਹਿਣਾ ਪਵੇ। ਉਧਰੋਂ ਲੇਟ ਹੁੰਦੇ ਜਾਂਦੇ ਆ, ਇੱਧਰੋਂ ਕਾਹਲੀ ਪਈ ਹੁੰਦੀ ਹੈ। ਹਾਂਜੀ ਇਹੋ ਹੀ ਹੈ ਸੁਭਾਅ। ਠੀਕ ਹੈ ਇੱਥੇ ਘੰਟਾ ਬਹਿਣਾ ਔਖਾ ਹੈ, ਹਾਂਜੀ ਇੱਥੇ ਦੁੱਖ ਮਾਸਾ ਸਰੀਰ ਤੇ ਕਿਤੇ ਝੱਲਦਾ ਹੀ ਨਹੀਂ।
ਸੰਗਤ 'ਚ ਨਹੀਂ ਚੱਲਦਾ। ਟੁੱਟ ਗਿਆ ਮੇਰਾ ਲੱਕ, ਮੇਰੀਆਂ ਲੱਤਾਂ ਟੁੱਟ ਗਈਆਂ, ਮੇਰੇ ਗੋਡੇ ਟੁੱਟ ਗਏ, ਹਟਦੇ ਹੀ ਨਹੀਂ। ਹਾਂਜੀ ਇੱਥੇ ਬਹੁਤ ਦੁਖੀ। ਹਾਂਜੀ ਕਹਿੰਦੇ ਤੂੰ ਸੁੱਖ ਵਾਸਤੇ ਤੇ ਕੋਈ ਦੁੱਖ ਝੱਲਿਆ ਹੀ ਨਹੀਂ। ਠੀਕ ਹੈ ਤੇ ਫਿਰ ਸਖਿਆਰਥੀ ਕਿਵੇਂ ਤੂੰ ਖਵਾ ਸਕਣਾ, ਸਿੱਖ ਕਿਵੇਂ ਖਵਾ ਸਕਣਾ? ਹਾਂਜੀ ਤੇ ਸਿੱਖ ਤੇ ਉਹਨਾਂ ਨੂੰ ਸੱਚੇ ਪਾਤਸ਼ਾਹ ਜੀ ਨੇ ਆਪਣੇ ਨਿਵਾਜੇ ਹੈ ਜਿਹੜੇ ਸਿੱਖ ਲਗਾਤਾਰ ਚੇਤਾ ਹੀ ਭੁਲਾ ਦਿੰਦੇ ਸੀ ਗੁਰੂ ਦੇ ਚਰਨਾਂ 'ਚ ਜਾ ਕੇ। ਹਾਂਜੀ ਹਾਂਜੀ ਇੰਨਾ ਚੇਤਾ ਭੁਲਾ ਦਿੱਤਾ, ਕਹਿੰਦੇ ਆਰਾ ਚੱਲ ਜੇ, ਚੇਤਾ ਹੀ ਨਹੀਂ ਪਿੱਛੇ ਦਾ। ਠੀਕ ਹੈ ਕਈ ਦਿਨ ਭੁੱਖੇ ਭਾਣੇ, ਹਾਂਜੀ। ਕਿਤੇ ਉਹਨਾਂ ਨੇ ਬੁਰਕੀ ਰੋਟੀ ਦੀ ਥੋੜੀ ਦਿੱਤੀ ਸੀ। ਪਰ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਸੰਗੀ ਹੋਣ ਤੇ ਕੀ ਉਹ ਸਿੱਖ ਭੁੱਖੇ ਮਰ ਜਾਣ? ਨਹੀਂ ਉਹ ਸੱਚੇ ਪਾਤਸ਼ਾਹ ਜੀ ਨੇ ਏਡੀ ਵੱਡੀ ਦਾਤ ਅੰਮ੍ਰਿਤ ਰਸ ਬਖਸ਼ਿਸ਼ ਕਰ ਰਹੇ ਸੀ। ਕਹਿੰਦੇ ਨਾ ਤੁਹਾਨੂੰ ਭੁੱਖ ਤੇ ਨਾ ਤੁਹਾਨੂੰ ਤੇ। ਹਾਂਜੀ ਪਰ ਚੇਤਾ ਭੁੱਲਿਆ ਕੁਝ ਨਹੀਂ। ਜਿੰਨਾ ਚਿਰ ਸੰਗਤ ਚ ਆਉਂਦੇ ਉਹਨਾਂ ਚਿਰ ਸਾਰਾ ਚੇਤਾ ਭੁਲਾ ਦਿਆ ਕਰੀਏ। ਠੀਕ ਹੈ ਜੀ ਇੱਥੇ ਬਸ ਇੱਥੇ ਪ੍ਰੈਜੈਂਟ ਹਾਜ਼ਰ, ਹਾਂਜੀ ਸੰਗਤ ਚ ਹਾਜ਼ਰ, ਇੱਥੋਂ ਧਿਆਨ ਨਾ ਜਾਵੇ ਬਾਹਰ। ਫੇਰ ਹਾਜ਼ਰੀ ਹੈ ਇੱਥੇ, ਠੀਕ ਹੈ ਫੇਰ ਹਾਜ਼ਰੀ ਲੱਗਦੀ ਹੈ। ਦੋ ਕੰਮ ਨਹੀਂ ਹਮੇਸ਼ਾ ਹੀ ਹੁੰਦੇ ਹਾਂਜੀ ਕਿ ਇੱਥੇ ਬਾਣੀ ਪੜ੍ਹਨ ਆਇਆ, ਸਿਮਰਨ ਕਰਨ ਆਇਆ ਤੇ ਮਨ ਬਾਹਰ ਭੱਜਾ ਫਿਰੇ। ਮਨ ਨੇ ਇੱਕੋ ਹੀ ਕੰਮ ਕਰਨਾ ਹੈ, ਭੱਜਾ ਫਿਰਦਾ ਰਿਹਾ ਤੇ ਉੱਥੇ ਚਲੇ ਗਏ। ਠੀਕ ਹੈ ਇੱਥੇ ਹਾਜ਼ਰ ਦੀ ਲੋੜ ਹੈ। ਹਾਂਜੀ ਇਹ ਨਹੀਂ ਗੱਲ ਕਿ ਜਿੰਨੀ ਵੱਡੀ ਕਲਾਸ ਹੋਵੇ, ਕੋਈ ਵੱਡੀ ਕਲਾਸ ਇੱਥੇ ਸੰਸਾਰੀ ਹੋਵੇ, ਕੋਈ ਬੜੇ ਡਾਕਟਰ ਦੀ MBBS ਦੀ, ਤੇ ਉਹ ਐਵੇਂ ਹੀ ਅਣਗਹਿਲੀ ਜੀ ਕਰ ਛੋੜੇ ਤੇ ਕੀ ਉਹ ਡਾਕਟਰ ਬਣ ਜੂ? ਨਹੀਂ ਇਹ ਉਹਨਾਂ ਸਾਰੀਆਂ ਕਲਾਸਾਂ ਤੋਂ ਉੱਤਮ ਕਲਾਸ ਹੈ। ਹਾਂਜੀ ਇਹਦੇ ਵਿੱਚ ਕੋਈ ਇੱਧਰ ਨੂੰ ਡਿੱਗਣ ਡਿਆ, ਕੋਈ ਉੱਧਰ ਨੂੰ ਡਿੱਗਣ ਡਿਆ, ਕੋਈ ਗੋਡੇ ਚੁੱਕਣ ਡਿਆ, ਕੋਈ ਗਿੱਟੇ ਚੁੱਕਣ ਡਿਆ। ਹਾਂਜੀ ਸਭ ਤੋਂ ਉੱਚੀ ਕਲਾਸ ਹੈ। ਠੀਕ ਹੈ ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਹਾਂਜੀ ਸਾਵਧਾਨ ਇਕਾਗਰ ਜੀ ਸਾਵਧਾਨਤਾ ਤੇ ਇਕਾਗਰ ਚਿੱਤ। ਠੀਕ ਹੈ ਹੁਣ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ, ਕਹਿੰਦੇ ਜਤਨ ਬਹੁਤ ਸੁਖ ਕੇ ਕੀਏ, ਦੁੱਖ ਕੋ ਕੀਓ ਨਾ ਕੋਏ। ਵਾਹਿਗੁਰੂ ਹਾਂਜੀ ਹਾਂਜੀ ਤੇ ਸੱਚੇ ਪਾਤਸ਼ਾਹ ਕਹਿੰਦੇ ਕਹੋ ਨਾਨਕ ਸੁਣ ਰੇ ਮਨਾ, ਇਹ ਮਨਾ ਧਿਆਨ ਨਾਲ ਸੁਣ, ਹਰ ਭਾਵੈ ਸੋ ਹੋਏ। ਕਹਿੰਦੇ ਜਿਉ ਫਿਰ ਗੁਰੂ ਨੂੰ ਅੱਛਾ, ਪਰਮਾਤਮਾ ਨੂੰ ਅੱਛਾ ਲੱਗਦਾ ਫਿਰ ਉਹ ਹੋਣਾ ਹੈ। ਵਾਹਿਗੁਰੂ ਜੋ ਫਿਰ ਉਹਨੂੰ ਅੱਛਾ ਲੱਗਾ, ਕਿਉਂਕਿ ਹਾਂਜੀ। ਤੂੰ ਯਤਨ ਤੇ ਸਾਰੇ ਸੁੱਖਾਂ ਦੇ ਹੀ ਕਰਦਾ ਰਿਹਾ। ਹਾਂਜੀ ਦੁੱਖ ਕੋ ਕੀਓ ਨਾ ਕੋਏ, ਦੁੱਖ ਦਾ ਤੇ ਤੂੰ ਇਲਾਜ ਹੀ ਨਾ ਵੀ ਕੀਤਾ ਵੀ ਦੁੱਖ ਵੀ ਬੜੇ ਵੱਡੇ ਆਉਣ ਵਾਲੇ ਐ, ਉਹਦੇ ਵਾਸਤੇ ਮੈਂ ਕੁਝ ਕਰਨਾ। ਹਾਂਜੀ ਜਮਾ ਨੇ ਕੁੱਟਣਾ ਹੈ, ਧਰਮਰਾਜ ਨੇ ਲੇਖਾ ਮੰਗਣਾ ਹੈ। ਕਾਹਦਾ? ਜਿਹੜੇ ਤੂੰ ਬਹੁਤੇ ਯਤਨ ਕਰ ਰਿਹਾ ਇਹਦਾ ਹੀ ਲੇਖਾ ਹੋਣਾ ਹੈ। ਠੀਕ ਹੈ ਹਰੀ ਨੂੰ ਭੁਲਾ ਕੇ ਤੂੰ ਜੋ ਕਰਦਾ ਉਹ ਲੇਖਾ ਹੀ ਬਣ ਰਿਹਾ ਹੈ। ਹਾਂਜੀ ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਤੂੰ ਯਤਨ ਤੇ ਬੜੇ ਕਰ ਰਿਹਾ ਹੈ, ਪਰ ਜਿਹੜਾ ਏਡਾ ਵੱਡਾ ਦੁੱਖ ਆਉਣ ਵਾਲਾ ਵਾ, ਜਿਹੜਾ ਦੁੱਖ ਗੁਰੂ ਨੇ ਬਾਣੀ 'ਚ ਸਭ ਕੁਝ ਦੱਸਿਆ ਕਿਹੜੇ ਕਿਹੜੇ ਦੁੱਖ ਆਉਣੇ ਐ, ਸੱਚੇ ਪਾਤਸ਼ਾਹ ਕਹਿੰਦੇ ਉਹਦੇ ਵਾਸਤੇ ਤੇ ਕੁਝ ਕਰ ਲੈ। ਹਾਂਜੀ ਤੇ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਕਹਿੰਦੇ ਹੇ ਮੇਰੇ ਮਨਾ ਧਿਆਨ ਨਾਲ ਸੁਣ, ਹਰ ਭਾਵੈ ਸੋਏ। ਫਿਰ ਜੋ ਉਹਨੂੰ ਅੱਛਾ ਲੱਗੇਗਾ ਉਹੀ ਹੋਏਗਾ। ਠੀਕ ਹੈ ਜਗਤ ਪੇਖਾਰੀ ਫਿਰਤ ਹੈ, ਜਗਤ ਭਿਖਾਰੀ ਫਿਰਤ ਹੈ, ਸਭ ਕੋ ਦਾਤਾ ਰਾਮ, ਸਭ ਕੋ ਦਾਤਾ ਰਾਮ। ਕਹੋ ਨਾਨਕ ਮਨ ਸਿਮਰਤ ਹੈ, ਕਹੋ ਨਾਨਕ ਮਨ ਸਿਮਰਤ ਹੈ, ਪੂਰਨ ਹੋਵੇ ਕਾਮ, ਪੂਰਨ ਹੋਏ ਕਾਮ। ਵਾਹਿਗੁਰੂ 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 ਵਾਹਿਗੁਰੂ
ਸੱਚੇ ਪਾਤਸ਼ਾਹ ਕਹਿੰਦੇ ਸਾਰਾ ਜਗਤ ਹੀ ਭਿਖਾਰੀਆਂ ਵਾਂਗੂ ਫਿਰਦਾ ਹੈ, ਹਾਂਜੀ ਭਿਖਾਰੀਆਂ ਵਾਂਗੂ ਮੰਗਦਾ ਹੈ, ਵਾਹਿਗੁਰੂ ਥਾਂ ਥਾਂ ਤੋਂ ਮੰਗਦਾ ਹੈ। ਹਾਂਜੀ ਸਾਰਾ ਜਗਤ ਹੀ ਭਿਖਾਰੀ ਹੈ, ਸਾਰਾ ਜਗਤ ਨੂੰ ਕਿਹਾ ਸੀ। ਰਾਜੇ ਵੀ ਭਿਖਾਰੀ ਹੈ, ਠੀਕ ਹੈ ਕੋਈ ਆਪਣੇ ਆਪ 'ਚ ਰਾਜਾ, ਕੋਈ ਬੜਾ ਜੈਲਦਾਰ ਕੋਈ ਹੈ, ਸਭ ਭਿਖਾਰੀ ਹੈ। ਹਾਂਜੀ ਸਭ ਤੁਝ ਹੀ ਥਾਵੋਂ ਮੰਗਦੇ, ਸਭ ਤੁਝ ਹੀ ਥਾਵੋਂ ਤੇ ਤੇਰੇ ਕੋਲੋਂ ਮੰਗਦੇ। ਤੇ ਸੱਚੇ ਪਾਤਸ਼ਾਹ ਕਹਿੰਦੇ ਜਗਤ ਭਿਖਾਰੀ ਫਿਰਦਾ ਸਭ ਕੋ ਦਾਤਾ ਰਾਮ। ਦਾਤਾਂ ਦੇਣ ਵਾਲਾ ਇੱਕ ਪਰਮਾਤਮਾ ਹੀ ਹੈ। ਵਾਹਿਗੁਰੂ ਹਾਂਜੀ ਸਭ ਕੁਝ ਦੇਣ, ਸਭ ਕੁਝ ਉਹਦਾ ਹੈ, ਸਭ ਕੁਝ, ਹਾਂਜੀ ਕੁਝ ਵੀ ਕੋਈ ਮੰਗੇ ਸਭ ਕੁਝ ਉਹਦਾ ਹੈ। ਹਾਂਜੀ ਜੋ ਸੰਸਾਰ ਦੇ ਵਿੱਚ ਪੈਦਾ ਹੋਇਆ ਸਭ ਕੁਝ ਹੀ ਉਹਦਾ ਹੈ। ਹਾਂਜੀ ਇਹਦਾ ਕੀ ਹੈ? ਕੋਈ ਨਹੀਂ ਇਹਦਾ ਤੇ ਸਰੀਰ ਹੀ ਨਹੀਂ। ਹਾਂਜੀ ਜੋ ਇਹ ਆਪਣਾ ਸਮਝਦਾ ਕਿ ਮੇਰਾ ਸਰੀਰ ਮੈਂ, ਹਾਂਜੀ ਕਹਿੰਦੇ ਨਹੀਂ। ਧਿਆਨ ਨਾਲ ਵੇਖ ਤੇਰਾ ਇਹਦੇ ਚ ਕੀ ਹੈ। ਪਾਂਚ ਤਤ ਕਾ ਪੁਤਲਾ ਕੀਨਾ, ਹਾਂਜੀ ਪੰਜਾਂ ਤੱਤਾਂ ਦਾ ਪੁਤਲਾ ਹੈ। ਤੱਤ ਕੀ ਦੇ? ਹਾਂਜੀ ਪਾਣੀ ਕਿੰਨੇ ਬਣਾਇਆ? ਹਾਂਜੀ ਹਵਾ ਹੈ, ਅਗਨੀ ਹੈ, ਹਾਂਜੀ ਮਿੱਟੀ ਹੈ, ਆਕਾਸ਼ ਹੈ। ਇਹ ਪੰਜ ਤੱਤਾਂ ਦਾ ਸੁਮੇਲ ਹੈ ਇਹ ਸਰੀਰ। ਇਹਦਾ ਕੀ ਹੈ? ਇਹਦੇ ਹਾਂਜੀ ਕਹਿੰਦਾ ਜੀ ਮੈਂ ਬੜੇ ਸੋਹਣੇ ਮੇਰੇ ਕੱਪੜੇ। ਇਹ ਕੱਪੜੇ ਦੇ ਜਿਹੜੇ ਤੰਦ ਨੇ, ਜਿੱਥੋਂ ਕੱਪੜਾ ਪੈਦਾ ਹੋਇਆ, ਉਹ ਕਿੰਨੇ ਉਤਪਤ ਕੀਤਾ ਹਾਂਜੀ ਹੈ? ਇਹ ਖਾਂਦਾ ਹੈ ਪਦਾਰਥਾਂ ਨੂੰ, ਕਹਿੰਦਾ ਇਹ ਮੇਰੇ ਹੈ, ਮੇਰੇ ਘਰ ਮੈਂ ਖਰੀਦ ਕੇ ਲਿਆਂਦੇ ਮੇਰੇ। ਹਾਂਜੀ ਪਦਾਰਥ ਕਿੰਨੇ ਪੈਦਾ ਕੀਤੇ? ਹਾਂਜੀ ਜੋ ਕੁਛ ਹੈ ਸੋ ਉਹਦਾ ਹੈ। ਤਾਂ ਕਰਕੇ ਸਾਰੇ ਜਗਤ ਨੂੰ ਭਿਖਾਰੀ ਗਿਆ ਹੈ। ਵਾਹਿਗੁਰੂ ਸਭ ਕੋ ਦਾਤਾ ਰਾਮ। ਸਾਰਿਆਂ ਨੂੰ ਦਾਤਾਂ ਦੇਣ ਵਾਲਾ ਹਰੀ ਆਪ ਹੈ। ਤੇ ਸੱਚੇ ਪਾਤਸ਼ਾਹ ਕਹਿੰਦੇ ਨੇ, ਕਹਿੰਦੇ ਕਹੋ ਨਾਨਕ ਮਨ ਸਿਮਰ ਤੇਹ। ਕਹਿੰਦੇ ਹੈ ਨਾਨਕ ਉਹਨੂੰ ਸਿਮਰ ਜਿਹੜਾ ਸਾਰੀਆਂ ਦਾਤਾਂ ਦਾ ਮਾਲਕ ਹੈ। ਤੇ ਸੱਚੇ ਪਾਤਸ਼ਾਹ ਕਹਿੰਦੇ ਪੂਰਨ ਹੋਵੇ ਕਾਮ। ਕਹਿੰਦੇ ਤੇਰਾ ਕੰਮ ਪੂਰਨ ਹੋ ਜੇ, ਤੇਰਾ ਜਿਹੜਾ ਕੰਮ ਕਰਨ ਵਾਲਾ ਉਹ ਪੂਰਾ ਹੋ ਜੇ। ਹਾਂਜੀ ਕੰਮ ਪੂਰਾ, ਹਰੇਕ ਮਨੁੱਖ ਡਿਊਟੀ ਜਾਂਦਾ, ਕਹਿੰਦਾ ਕੰਮ ਪੂਰਾ ਕਰਕੇ ਜਾਣਾ। ਕੰਮ ਪੂਰਾ ਹੋਏਗਾ ਤੇ ਪੈਸੇ ਮਿਲਣੇ। ਜੇ ਅਧੂਰਾ ਕੋਈ ਦਿਹਾੜੀ ਤੇ ਉਹ ਖੜਦਾ ਤੇ ਭਾਵੇਂ ਕੋਈ ਜੇ ਵਿੱਚੋਂ ਛੱਡ ਕੇ ਆ ਜੇ, ਮਜ਼ਦੂਰੀ ਦਿੰਦਾ ਕੋਈ, ਸਗੋਂ ਝੜਕਾਂ ਪੈਂਦੀ ਹੈ। ਹਾਂਜੀ ਝੜਕਦਾ ਹੈ ਨਾ ਮਾਲਕ, ਉਹ ਵਿੱਚੇ ਹੀ ਛੱਡਦਾ ਹੈ। ਕੀ ਲੱਭਣਾ? ਸਗੋਂ ਅਗਲਾ ਪੁੱਠਾ ਬੋਲਦਾ ਹੈ। ਹਾਂਜੀ ਇਸੇ ਹੀ ਤਰ੍ਹਾਂ ਜਿਹੜਾ ਕੰਮ ਹੈ, ਜੇ ਸਾਡਾ ਵੀ ਕੰਮ ਅਧੂਰਾ ਰਹਿ ਗਿਆ ਹੈ ਤੇ ਜਿੰਨੇ ਭੇਜਿਆ ਕੰਮ ਵਾਸਤੇ, ਜਿਹਦਾ ਕੰਮ ਹੈ, ਫਿਰ ਉਹਨੇ ਵੀ ਤੇ ਝਟਕੀ ਮਾਰਨੀ ਹੈ। ਹਾਂਜੀ ਉਹ ਜਾ ਚਲਿਆ ਜਾ। ਮੂਰਖਾ ਨਾਲ ਮੂਰਖ ਦਾ ਖਿਤਾਬ, ਜਾ ਚਲਿਆ ਜਾ ਮੂਰਖਾ। ਵਾਹਿਗੁਰੂ ਮਾਰੇ ਕਿੱਥੇ ਜਾਵਾਂ? ਚਲਿਆ ਜਾ ਕੇ ਉੱਥੇ ਜਿੱਥੋਂ ਆਇਆ। ਕੁਛ ਧਰਮਰਾਜ ਵੇਖ ਇਹਨੂੰ ਕਿਹੜਾ ਕਾਰ ਦੇਣਾ ਹੈ। ਹਾਂਜੀ ਕਾਰ 'ਚ ਚਲਿਆ ਜਾ। ਜਾ, ਤੂੰ ਕੰਮ ਹੀ ਨਹੀਂ ਪੂਰਾ ਕਰਕੇ ਆਇਆ, ਹਾਂਜੀ ਕੰਮ ਹੀ ਨਹੀਂ ਕੀਤਾ। ਵਾਹਿਗੁਰੂ ਜਿਹੜਾ ਕੰਮ ਕਰਨ ਵਾਸਤੇ ਭੇਜਿਆ ਤੂੰ ਕੀਤਾ ਹੀ ਨਹੀਂ। ਤੇ ਸੱਚੇ ਪਾਤਸ਼ਾਹ ਕਹਿੰਦੇ ਕੀ ਕਰ? ਕਹਿੰਦੇ ਸਿਮਰਨ ਕਰ। ਵਾਹਿਗੁਰੂ ਕਹੋ ਨਾਨਕ ਮਨ ਸਿਮਰ ਤੇ, ਕਿ ਉਹਨੂੰ ਸਿਮਰ ਦੇ ਮੇਰੇ ਮਨਾ, ਪੂਰਨ ਹੋਵੇ ਕੰਮ, ਤੇਰੇ ਕੰਮ ਪੂਰੇ ਹੋ ਜਾਣ। ਝੂਠੈ ਮਾਨ ਕਹਾ ਕਰੈ, ਝੂਠੇ ਮਾਨ ਕਹਾ ਕਰੈ। ਜਗ ਸੁਪਨੇ ਜੋ ਜਾਨ, ਜਗ ਸੁਪਨੇ ਜੋ ਜਾਨ। ਇਨ ਮੈਂ ਕਛ ਤੇਰੋ ਨਹੀਂ, ਇਨ ਮੈਂ ਕਛ ਤੇਰੋ ਨਹੀਂ। ਨਾਨਕ ਕਹਿਓ
ਬਖਾਨ। ਨਾਨਕ ਕਹਿਓ ਬਖਾਨ। ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ। ਕਹਿੰਦੇ ਜੱਗ ਜਿਹੜਾ ਵਾ ਇਹ ਸੁਪਨੇ ਦੀ ਨਿਆਈ ਹੈ। ਹਾਂਜੀ ਸੁਪਨੇ 'ਚ ਮਨੁੱਖ ਬੜੇ ਬੜੇ ਕਈ ਵਾਰ ਬੜੇ ਬੜੇ ਆਨੰਦ ਵੇਖਦਾ ਹੈ। ਬੜਾ ਕਈ ਵਾਰ ਕਿਤੇ ਪਤਾ ਨਹੀਂ ਬਾਦਸ਼ਾਹ ਹੀ ਬਣਿਆ ਹੁੰਦਾ ਸੁਪਨੇ 'ਚ। ਹਾਂਜੀ ਤੇ ਸੁਪਨਾ ਖੁੱਲਿਆ ਤੇ ਹੈਰਾਨ ਜਿਹਾ ਹੋ ਜਾਂਦਾ ਕਿ ਜੋ ਵੇਖਿਆ ਹੋਇਆ ਹੀ ਨਹੀਂ। ਠੀਕ ਹੈ ਹੁਣ ਸੱਚੇ ਪਾਤਸ਼ਾਹ ਕਹਿੰਦੇ ਇਹ ਜਗਤ ਜਿਹੜਾ ਵਾ ਇਹ ਜੱਗ ਜਿਹੜਾ ਸੁਪਨੇ ਦੀ ਨਿਆਈ ਹੈ। ਹਾਂਜੀ ਤੇ ਕਹਿੰਦੇ ਇਹਦਾ ਜਿਹੜਾ ਤੂੰ ਹੰਕਾਰ ਕਰਦਾ ਨਾ ਇਹਨਾਂ ਜਗਤ ਦੇ ਵਿੱਚ ਆ ਕੇ, ਕਹਿੰਦੇ ਝੂਠਾ ਹੀ ਮਾਣ ਝੂਠਾ ਹੀ। ਵਾਹਿਗੁਰੂ ਤੇ ਸੱਚੇ ਪਾਤਸ਼ਾਹ ਕਹਿੰਦੇ ਜਗ ਨੂੰ ਸੁਪਨੇ ਵਾਂਗੂ ਜਾਣ। ਇਹ ਸੁਪਨੇ ਦੇ ਵਿੱਚ ਸੁਪਨਾ ਵੇਖ ਕੇ ਤੇ ਮੁੜ ਕੇ ਉੱਠ ਕੇ ਹੰਕਾਰ ਕਰੀ ਜਾਏ ਵੀ ਆ ਮੈਂ ਜਿਹੜੀਆਂ ਚੀਜ਼ਾਂ ਵੇਖੀਆਂ ਦੱਸ ਬਸ ਹੁਣ ਮੈਂ ਉਹ ਪ੍ਰਾਪਤ ਕਰ ਲੈਣੀਆਂ ਨੇ। ਹਾਂਜੀ ਤੇ ਸੁਪਨੇ ਦੇ ਵਿੱਚ ਜੋ ਕੁਝ ਵੇਖਿਆ ਹੁੰਦਾ ਕਦੀ ਉਹਨਾਂ ਨੂੰ ਕਦੀ ਬੰਦਾ ਕਰ ਸਕਿਆ ਉਹਨਾਂ ਨੂੰ ਪ੍ਰਾਪਤ। ਇਸੇ ਹੀ ਤਰ੍ਹਾਂ ਸੱਚੇ ਪਾਤਸ਼ਾਹ ਕਹਿੰਦੇ ਇਹ ਜਿਹੜਾ ਜੱਗ ਹੈ ਸੁਪਨੇ ਦੀ ਨਿਆਈ ਹੈ, ਹਾਂਜੀ ਝੂਠਾ ਵਾ। ਤੇ ਕਹਿੰਦੇ ਇਹਨੂੰ ਕੀ ਕਰ, ਇਹਨੂੰ ਸੁਪਨੇ ਨੂੰ ਝੂਠਾ ਕਰਕੇ ਸਮਝ, ਵਾਹਿਗੁਰੂ ਝੂਠਾ ਕਰਕੇ ਮੰਨ ਇਹਨੂੰ, ਇਹ ਸੱਚਾ ਨਹੀਂ। ਹਾਂਜੀ ਇਹ ਜਗਤ ਝੂਠਾ ਹੀ, ਉਹ ਸੱਚਾ ਨਹੀਂ। ਹਾਂਜੀ ਹੁਣ ਜਦੋਂ ਕੋਈ ਚੀਜ਼ ਵਾ ਵੀ ਕਈ ਵਾਰ ਕਈ ਮਨੁੱਖੀ ਕਹਿੰਦੇ ਵੀ ਹਾਂ ਸਾਡੀ ਕਿਸੇ ਨਾਲ ਸਾਂਝ ਬਣ ਜਾਏ ਤੇ ਦੂਜਾ ਕਿਸੇ ਨੇ ਉਹਦੇ ਨਾਲ ਪ੍ਰੈਕਟੀਕਲ ਕੀਤਾ ਹੋਵੇ। ਹਾਂਜੀ ਉਹ ਕਹਿੰਦਾ ਉਹਦੇ ਨਾਲ ਤੁਰਿਆ ਤੇ ਬੜਾ ਫਿਰਦਾ ਹੈ ਪਰ ਵੇਖ ਲਈ ਹਾਂਜੀ ਮੈਂ ਜਾਣਦਾ। ਠੀਕ ਹੈ ਹੁਣ ਸੱਚੇ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਨੇ ਵੀ ਅਸੀਂ ਇਹਨੂੰ ਵੇਖਿਆ ਝੂਠਾ ਵਾ ਇਹ। ਹਾਂਜੀ ਭਾਈ ਤੂੰ ਹੁਣ ਜਰਾ ਤੈਨੂੰ ਤੇ ਸਮਝਾ ਰਹੇ ਆ ਵੀ ਇਹਨੂੰ ਝੂਠਾ ਕਰਕੇ ਜਾਣ। ਸਾਨੂੰ ਤੇ ਝੂਠਾ ਹੀ ਲੱਗਾ ਜੀ, ਹਾਂਜੀ ਸਾਨੂੰ ਨਹੀਂ ਇਹਦੇ ਵਿੱਚੋਂ ਕੋਈ ਗੱਲ ਸੱਚੀ ਲੱਗੀ। ਕਹਿੰਦੇ ਝੂਠਾ ਹੀ ਹੋ ਤੇ ਝੂਠਾ ਕਰਕੇ ਇਹਨੂੰ ਜਾ। ਤੇ ਸੱਚੇ ਪਾਤਸ਼ਾਹ ਕਹਿੰਦੇ ਇਹਨਾਂ ਮੈਂ ਕਛ ਤੇਰੋ ਨਹੀਂ, ਕਹਿੰਦੇ ਇਹਦੇ ਵਿੱਚ ਤੇਰੀ ਕੋਈ ਚੀਜ਼ ਨਹੀਂ, ਕੁਛ ਵੀ ਨਹੀਂ ਉਹ ਤੇਰਾ ਹੈ। ਹਾਂਜੀ ਮਹਾਰਾਜ ਮੇਰਾ ਕਿਉਂ ਨਹੀਂ ਹੈ, ਧੀਆਂ ਪੁੱਤ ਮੇਰੇ ਹੀ ਹੈ, ਧਨ ਸੰਪਤੀ ਮੇਰਾ ਹੀ ਹੈ ਮਹਾਰਾਜ, ਮੇਰਾ ਤੇ ਸਭ ਕੁਝ। ਤੇ ਸੱਚੇ ਪਾਤਸ਼ਾਹ ਕਹਿੰਦੇ ਇਹ ਕੁਟੰਬ ਤੂੰ ਜੇ ਦੇਖਦਾ ਦਿਸਦਾ ਤੈਨੂੰ ਚੱਲੇ ਨਹੀਂ ਤੇਰੇ ਨਾਲੇ। ਕਹਿੰਦੇ ਜੇ ਤੂੰ ਕਵੇਂ ਵੀ ਇਹ ਤੇਰਾ ਸਾਥ ਦੇਣਗੇ, ਸਾਥ ਨਹੀਂ ਇਹਨਾਂ ਦੇ। ਗੇਤਾ ਹੀ ਸਮਝ ਲਾ, ਸਾਵਧਾਨ ਹੋ ਜਾ, ਆਪਣੀਆਂ ਫਰਜ਼ ਥੋੜੇ ਜਿਹੇ ਨਿਭਾ। ਫਰਜ਼ ਨਿਭਾਉਣੇ ਵੀ, ਫਰਜ਼ ਤੋਂ ਕੁਤਾਈ ਕਰਦਾ ਵੀ ਛੱਡ ਕੇ ਚੱਲ ਜਾਂਦਾ, ਉਹਨਾਂ ਨੂੰ ਵੀ ਮਹਾਰਾਜ ਨੇ ਕਿਹਾ ਉਹ ਨਹੀਂ ਹੋਈ ਤੁਸੀਂ ਵੀ ਕੱਚੇ ਰਹੇ। ਵਾਹਿਗੁਰੂ ਹਾਂਜੀ ਕਹਿੰਦੇ ਫਰਜ਼ ਨਿਭਾਉਣੇ ਇਹਦੇ 'ਚ। ਪਰ ਜੇ ਤੂੰ ਕਵੇਂ ਵੀ ਇਹਨਾਂ ਦੇ ਵਿੱਚੋਂ ਕੋਈ ਮੇਰੀ ਸਹਾਇਤਾ ਕਰੇ, ਜਿਸ ਤਰ੍ਹਾਂ ਇੱਕ ਹੋਏ ਨੇ ਵਾਲਮੀਕ ਬਟਵਾਰਾ, ਹਾਂਜੀ ਉਹ ਰਾਹਗਰੀਆਂ ਨੂੰ ਲੁੱਟਦਾ ਹੁੰਦਾ ਸੀ ਤੇ ਮਾਰ ਦਿੰਦਾ ਹੁੰਦਾ। ਹਾਂਜੀ ਸਾਧੂ ਜਨ ਵੇਲੇ ਸਾਧੂ ਜਨਾਂ ਨੇ ਚੁੱਕ ਲਿਆ ਘੋੜਾ ਚੁੱਕਿਆ ਗੋਡੇ ਤੇ ਵਾਰ ਕਰਨ ਨੂੰ, ਤੇ ਸਾਧੂਆਂ ਨੇ ਦ੍ਰਿਸ਼ਟੀ ਮਾਰੀ ਤੇ ਚਲੋ ਉਹਨਾਂ ਨੇ ਉਹਦਾ ਭਲਾ ਕਰਨਾ ਸੀ। ਹਾਂਜੀ ਸਾਧੂਆਂ ਨੇ ਚਲੋ ਬਚਨ ਕੀਤੇ ਵੀ ਹਾਂ ਭਈ ਭਾਈ ਤੂੰ ਆਹ ਕੰਮ ਕਿਉਂ ਕਰਦਾ, ਟੱਬਰ ਪਾਲਣ ਵਾਸਤੇ ਕਰਦਾ ਜੀ। ਹਾਂਜੀ ਅੱਛਾ ਟੱਬਰ ਪਾਲਣ ਵਾਸਤੇ ਤੂੰ ਇੰਨਾ ਕੰਮ ਕਰਦਾ ਵੀ ਬੰਦੇ ਮਾਰ ਦਿੰਦਾ, ਟੱਬਰ ਪਾਲਣ ਵਾਸਤੇ ਤੂੰ ਬੰਦੇ ਖਤਮ ਕਰ ਦਿੰਦਾ। ਹਾਂ ਇਹ ਮੇਰਾ ਕੰਮ ਹੈ ਜੀ, ਰੋਜ਼ ਦਾ ਕੰਮ ਹੈ, ਮੈਂ ਰੋਜ਼ ਹੀ ਕੰਮ ਇਹ ਕਰਦਾ, ਰੋਜ਼ ਧਾੜੇ ਮਾਰਦਾ। ਹਾਂਜੀ ਕਰਦਾ ਕਿੰਨਾ ਵਾਸਤੇ? ਪਰਿਵਾਰ ਵਾਸਤੇ। ਠੀਕ ਹੈ ਕਹਿੰਦੇ ਅੱਛਾ ਇਹ ਤੇ ਤੇਰਾ ਲੇਖਾ ਚੋਖਾ ਬਣ ਰਿਹਾ, ਹਾਂਜੀ ਇਹ ਤੇ ਤੇਰੇ ਕੋਲ ਮਹਾਰਾਜ ਨੇ ਲੇਖਾ ਲੈਣਾ। ਛੜੀਆਂ ਜੀਆਂ ਤੇ ਮਾਰਦਾ ਵੀ ਇਹ ਮੈਨੂੰ ਗੱਲੀ ਬਾਤੀ ਜਾਪਦਾ ਟਾਲਣਾ ਚਾਹੁੰਦਾ। ਕਹਿੰਦੇ ਨਹੀਂ ਤੈਨੂੰ ਸੱਚੀ ਮੁੱਚੀ ਕਹਿ ਰਹੇ ਆ, ਅਸੀਂ ਤੇਰੇ ਨਾਲ ਦਿਲੋਂ ਪਿਆਰ ਕਰ ਰਹੇ ਹਾਂ, ਤੈਨੂੰ ਸਮਝਾ ਰਹੇ ਹਾਂ। ਹਾਂਜੀ ਤੇਰੇ ਮਿੱਤਰ ਵਾ ਸਮਝ, ਤੂੰ ਸਾਨੂੰ ਮਿੱਤਰ ਸਮਝ, ਉਹਨੂੰ ਠੰਡਾ ਕੀਤਾ। ਕਿਉਂਕਿ ਜ਼ੋਰ ਦਾ ਜਿਹੜਾ ਇੱਕ ਪਾਸੇ ਉਹਨੂੰ ਉਹਦਾ ਮਨ ਬਦਲਣਾ ਗੁਰਮੁਖਾਂ ਸਾਧੂਆਂ ਦਾ ਹੀ ਕੰਮ ਹੈ। ਹਾਂਜੀ
ਹੈ ਚਲੋ ਉਹ ਟਲ ਗਿਆ ਹੈ। ਉਹ ਕਹਿੰਦੇ ਵੀ ਜਾ ਤੂੰ ਆਪਣੇ ਟੱਬਰ ਨੂੰ ਪੁੱਛ ਕੇ ਆ ਵੀ ਇਹ ਜਿਹੜਾ ਤੂੰ ਕੰਮ ਕਰਦਾ ਹੈ ਕਿ ਮੇਰੀ ਦਰਗਾਹ ਦੇ ਵਿੱਚ ਗਵਾਹੀ ਸਹਾਇਤਾ ਕਰੋਗੇ ਜਦੋਂ ਮੇਰਾ ਲੇਖਾ ਮੰਗਿਆ। ਹਾਂਜੀ ਕਹਿੰਦਾ ਵੀ ਮੈਂ ਜਦ ਕਿ ਤੁਸੀਂ ਭੱਜ ਜਾਣਾ। ਹਾਂਜੀ ਕਹਿੰਦੇ ਨਹੀਂ ਅਸੀਂ ਕਿਤੇ ਨਹੀਂ ਜਾਂਦੇ, ਅਸੀਂ ਨਹੀਂ ਕਿਤੇ ਜਾਂਦੇ, ਤੇਰੇ ਨਾਲ ਵਾਅਦਾ ਕਰ ਲਿਆ ਕਿਤੇ ਨਹੀਂ ਜਾਂਦੇ, ਤੂੰ ਪੁੱਛ ਕੇ ਤੇ ਆ। ਹਾਂਜੀ ਗਿਆ ਤੇ ਉਹ ਕਹਿੰਦੇ ਵੀ ਅਸੀਂ ਤੇਰੇ ਬੱਚੇ ਆ, ਘਰ ਵਾਲੀ ਆ ਤੇਰੀ, ਤੇਰਾ ਪਰਿਵਾਰ ਹੈ, ਤੇਰਾ ਫਰਜ਼ ਬਣਦਾ। ਹਾਂਜੀ ਜੇ ਭਾਈਵਾਲ ਕਵੇਂ ਦਰਗਾਹ ਦੇ ਵਿੱਚ ਤੇ ਦਰਗਾਹ ਦੇ ਵਿੱਚ ਤੇ ਭਾਈਵਾਲ ਦੀ ਤੇਰੀ ਡਿਊਟੀ ਹੈ। ਹਾਂਜੀ ਆ ਕੇ ਸਾਧੂ ਜਨ ਕਹਿੰਦੇ ਵੀ ਹਾਂ ਭਾਈ ਗੁਰਮੁਖਾ, ਕਹਿੰਦਾ ਜੀ ਉਹ ਤੇ ਕਹਿੰਦੇ ਵੀ ਨਹੀਂ। ਫਿਰ ਕਹਿੰਦੇ ਇਹ ਤੇ ਹਿਸਾਬ ਕਿਤਾਬ ਤੇਰਾ ਬਣ ਰਿਹਾ ਤੇ ਤੂੰ ਇਹ ਹਿਸਾਬ ਕਿਤਾਬ ਹੁਣ ਨਿਬੇੜ ਲੈ। ਤੂੰ ਉਹਨਾਂ ਨੂੰ ਰੋਟੀ ਪਾਣੀ ਕਰਤ ਕਮਾਈ ਕਰਕੇ ਖਾਇਆ ਕਰ, ਹੱਥੀਂ ਕੰਮ ਕਰ ਲਿਆ ਕਰ, ਆਹ ਕੰਮ ਨਾ ਕਰ, ਦਿਨੇ ਕਰਿਆ ਕਰ ਕੰਮ ਹਾਂਜੀ ਜਿਹੜਾ ਸਾਰੇ ਲੋਕ ਕਰਦੇ ਉਹ ਕੰਮ ਕਰਿਆ ਕਰ, ਤੂੰ ਰਾਤ ਲੁੱਕ ਕੇ ਬੁਰਾ ਕੰਮ ਕਰਦਾ ਹੈ। ਹਾਂਜੀ ਤੇ ਤੂੰ ਭਾਈ ਜਿਨ੍ਹਾਂ ਵਾਸਤੇ ਕਰਦਾ ਹੈ ਉਹਨਾਂ ਦੇ ਫਰਜ਼ ਤੂੰ ਨਿਭਾ, ਪਰ ਨਾਲ ਨਾਲ ਸਿਮਰਨ ਕਰ। ਹਾਂਜੀ ਸਟਾਰਟਿੰਗ ਦੇ ਸਿਮਰਨ ਤੋਂ ਹੋਣੀ ਹੈ, ਠੀਕ ਹੈ ਉਹਨੂੰ ਸਿਮਰਨ ਕਰਨ ਲਾਤਾ ਗੁਰਮੁਖਾਂ ਨੇ। ਸਿਮਰਨ ਕਰਨ ਲੱਗ ਪਿਆ, ਫਿਰ ਧਾਵੇ ਮਾਰਨ ਨੂੰ ਹਟ ਗਿਆ। ਸਿਮਰਨ ਕਰਦਾ ਕਰਦਾ ਤੇ ਭਗਤਾਂ ਦੇ ਵਿੱਚ ਉਹਦੀ ਗਿਣਤੀ ਹੋ ਗਈ। ਵਾਹਿਗੁਰੂ ਭਗਤ ਬਣਾਤਾ ਮਹਾਰਾਜ ਨੇ। ਭਗਤੀ ਜਿਹੜਾ ਵੀ ਕਰਦਾ ਉਹਨੂੰ ਭਗਤ ਦਾ ਖਿਤਾਬ ਮਿਲ ਜਾਂਦਾ। ਹਾਂਜੀ ਇਸ ਕਰਕੇ ਫਰਜ਼ ਨਿਭਾਉਣੇ ਨੇ, ਹਾਂਜੀ ਪਰ ਇਹਦੇ ਵਿੱਚ ਨਾਲ ਨਾਲ ਜੁਗਤ ਹੈ ਵੀ ਜਿਹੜਾ ਮੇਰਾ ਜ਼ਰੂਰੀ ਕੰਮ ਹੈ, ਕਿਉਂਕਿ ਸਮਝਾ ਸਾਡਾ ਗੁਰੂ ਰਿਹਾ ਤੇ ਸਾਡੇ ਭਲੇ ਵਾਸਤੇ ਸਮਝਾ ਰਿਹਾ। ਹਾਂਜੀ ਇਹ ਅੱਗੇ ਬੜਾ ਭਿਆਨਕ ਸਮਾਂ ਤੁਹਾਡੇ ਵਾਸਤੇ ਆਉਣ ਵਾਲਾ ਹੈ। ਕਈ ਕਹਿੰਦੇ ਨੇ ਆਉਣ ਵਾਲਾ ਬੜਾ ਸਮਾਂ ਭਿਆਨਕ ਹੈ, ਹਾਂਜੀ ਤੇ ਸਾਡਾ ਸਾਰਿਆਂ ਦਾ ਹੀ ਭਿਆਨਕ ਹੈ, ਠੀਕ ਹੈ ਸਾਰਿਆਂ ਦਾ ਹੀ ਭਿਆਨਕ ਹੈ ਸਮਾਂ। ਸੋ ਇਸ ਕਰਕੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਹੋ ਨਾਨਕ ਮਨ ਸਿਮਰਤ ਹੈ ਇਨ ਮੈਂ ਕਛ ਤੇਰੋ ਨਹੀਂ, ਨਾਨਕ ਕਹਿਓ ਬਖਾਣ। ਹਾਂਜੀ ਸੱਚੇ ਪਾਤਸ਼ਾਹ ਕਹਿੰਦੇ ਇਹਦੇ ਵਿੱਚ ਤੇਰਾ ਕੁਛ ਨਹੀਂ ਹੋ, ਨਾਨਕ ਜੀ ਤੈਨੂੰ ਸਮਝਾ ਰਹੇ ਨੇ। ਨਾਨਕ ਜੀ ਤੈਨੂੰ ਸਮਝਾ ਰਹੇ ਨੇ, ਹੇ ਮਨਾ ਹਾਂਜੀ ਇਹਦੇ ਵਿੱਚ ਤੇਰਾ ਕੁਝ ਨਹੀਂ। ਇਸ ਕਰਕੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਝੂਠੇ ਮਾਨ ਕਹਾ ਕਰੇ ਜਗ ਸੁਪਨੇ ਜੋ ਜਾਣ। ਸੱਚੇ ਪਾਤਸ਼ਾਹ ਇਹਦੇ ਸੁਪਨੇ ਦੀ ਨਿਆਈ ਇਸ ਜਗਤ ਨੂੰ ਸਮਝ, ਇਹਦੇ ਵਿੱਚ ਕੁਝ ਵੀ ਤੇਰਾ ਨਹੀਂ। ਤੇ ਨਾਨਕ ਜੀ ਤੈਨੂੰ ਪੁਕਾਰ ਪੁਕਾਰ ਕੇ ਕਹਿ ਰਹੇ, ਇਹ ਨਾਨਕ ਜੀ ਦਾ ਹੀ ਕੰਮ ਆ, ਬਾਰ-ਬਾਰ ਪੁਕਾਰ ਕੇ ਕਹਿਣਾ। ਹੋਰ ਕੋਈ ਨਹੀਂ ਇਹਨਾਂ ਕਿਸੇ ਦੇ ਨਾਲ ਸਿਰਦਰਦੀ ਲੈਂਦਾ। ਹਾਂਜੀ ਲੈਂਦਾ ਕੋਈ ਇੱਕ ਵਾਰਾ ਨਾ ਕੋਈ ਮੰਨੇ ਤੇ ਦੂਜੀ ਵਾਰ ਅਸੀਂ ਕਹਿੰਦੇ ਛੱਡ ਦਿੰਦੇ, ਉਹਦਾ ਖਹਿੜਾ ਹੀ ਛੱਡ ਦਿੰਦੇ। ਤੇ ਨਾਨਕ ਜੀ ਅੱਕਦੇ ਹੀ ਨਹੀਂ, ਨਾਨਕ ਜੀ ਅੱਕਦੇ ਹੀ ਨਹੀਂ। ਧੰਨ ਨਾਨਕ ਜੀ, ਧੰਨ ਨਾਨਕ ਤੇਰੀ ਵੱਡੀ ਕਮਾਈ। ਹਾਂਜੀ ਅਸੀਂ ਫੇਰ ਨਹੀਂ ਸਮਝਦੇ, ਫੇਰ ਨਾਨਕ ਜੀ ਫੇਰ ਰੋਜ਼ ਹੀ ਸਾਨੂੰ ਸਮਝਾਉਂਦੇ, ਧੰਨ ਨੇ। ਇਸ ਕਰਕੇ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਐਸਾ ਸਤਿਗੁਰ ਜੇ ਮਿਲੇ ਇਸ ਨੂੰ ਸਿਰ ਸੌਂਪੀ ਹੈ ਵਿੱਚੋਂ ਆਪ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਗੁਰੂ